ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡ ਹੰਸ ਮਹਿਲਾ ਚੌਥਾ। ਸੁਣ ਗੁਰਮੁਖ ਸੁਣ ਗੁਰਮੁਖ ਨਾਮ, ਸਭ ਬਿਨਸੇ ਹਉ ਮੈਂ ਪਾਪਾ ਰਾਮ। ਜਪ ਹਰ ਹਰ ਜਪ ਹਰ ਹਰ ਨਾਮ, ਲਥਿਅੜੇ ਜਗ ਤਾਪਾ ਰਾਮ। ਸੁਣ ਗੁਰਮੁਖ ਸੁਣ ਗੁਰਮੁਖ ਨਾਮ, ਬਿਨਸੇ ਸਭ ਬਿਨਸੇ ਹਉ ਮੈਂ ਪਾਪਾ ਰਾਮ। ਜਪ ਹਰ ਹਰ ਜਪ ਹਰ ਹਰ ਨਾਮ, ਲਥਿਅੜੇ ਜਗ ਤਾਪਾ ਰਾਮ। ਹਰ ਹਰ ਨਾਮ ਜਿਨੀ ਆਰਾਧਿਆ, ਤਿਨ ਕੇ ਦੁਖ ਪਾਪ ਨਿਵਾਰੇ। ਸਤਿਗੁਰ ਗਿਆਨ ਖੜਗ ਹੱਥ ਦੀਨਾ, ਜਮ ਕੰਕਰ ਮਾਰ ਬਿਦਾਰੇ। ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ, ਦੁਖ ਲਾਥੇ ਪਾਪ ਸੰਤਾਪਾ। ਸੁਣ ਗੁਰਮੁਖ ਸੁਣ ਗੁਰਮੁਖ ਨਾਮ, ਸਭ ਬਿਨਸੇ ਹਉ ਮੈਂ ਪਾਪਾ। ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ, ਦੁਖ ਲਾਥੇ ਪਾਪ ਸੰਤਾਪਾ। ਸੁਣ ਗੁਰਮੁਖ ਸੁਣ ਗੁਰਮੁਖ ਨਾਮ, ਸਭ ਬਿਨਸੇ ਹਉ ਮੈਂ ਪਾਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਆਪਣੇ ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਹੀ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਕੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਾਤੇ ਸਾਹਿਬ ਦੀ ਰਹਿਮਤਾਂ ਦਾ ਦਰ ਖੁੱਲ੍ਹੇ, ਸਾਡੇ ਵਾਸਤੇ ਉਪਦੇਸ਼ ਆਸੀਸ ਪ੍ਰਾਪਤ ਹੋਈ, ਜਿਹਦੇ ਵਿੱਚ ਨਾਮ ਹੈ
ਅੱਜ ਮਹਾਰਾਜ ਨੇ ਕਿਹਾ ਨਾ, ਆਗੈ ਸੁਖ ਮੇਰੇ ਮੀਤਾ, ਪਾਤਸ਼ਾਹ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੁ ਨਾਹੀ। ਇਹ ਹੁਕਮ, ਇਹ ਸਾਨੂੰ ਬਖਸ਼ਿਸ਼ ਹੋਈ ਅੱਜ, ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਰਹੱਸ ਜੁਗਤ ਹੈ। ਜੇ ਹੁਣ ਤੱਕ ਤਾਂ ਸੁੱਖ ਬਣਿਆ ਤੇ ਕਰਤੇ ਨਹੀਂ ਬਣਾਇਆ, ਹੁਣ ਤੱਕ ਜੀਵਿਤ ਹਾਂ, ਘਰ ਪਰਿਵਾਰ ਵਿੱਚ ਸੁੱਖ ਦੇ ਸਾਹ ਲੈ ਰਹੇ ਹਾਂ, ਭੋਜਨ ਪ੍ਰਸ਼ਾਦ ਖਾਣ ਨੂੰ ਮਿਲ ਰਿਹਾ। ਅਲੱਗ-ਅਲੱਗ ਪੱਧਰ ਹੋਣਗੇ ਸਾਡੇ ਵਿਚਾਰਾਂ ਦੇ, ਵੀ ਕਿਸੇ ਨੂੰ ਕਿਸ ਲੈਵਲ 'ਤੇ, ਕਿਸੇ ਨੂੰ ਕਿਸ ਲੈਵਲ 'ਤੇ, ਪਰ ਹੁਣ ਤੱਕ ਤੇ ਵਕਤ ਗੁਜ਼ਰਿਆ ਨਾ ਸੁੱਖ ਦਾ ਗੁਜ਼ਰਿਆ। ਜਿਸ ਨੇ ਇਸ ਨੂੰ ਇਹ ਮੰਨ ਲਿਆ ਕਿ ਹੁਣ ਤੱਕ ਦਾ ਗੁਜ਼ਰਿਆ ਹੋਇਆ ਵਕਤ ਮੇਰਾ ਸਾਚੇ ਸਾਹਿਬ ਦੀ ਬਖਸ਼ਿਸ਼ ਤੇ ਸਦਕਾ ਗੁਜ਼ਰਿਆ ਤੇ ਸੁੱਖ ਦਾ ਗੁਜ਼ਰਿਆ, ਤੇ ਫਿਰ ਅੱਗੇ ਵੀ ਸੁੱਖ ਹੀ ਹੋਵੇਗਾ। ਜਿਸ ਨੂੰ ਅਸੀਂ ਫਿਲਾਸਫੀ 'ਚ ਇੰਝ ਸਮਝਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿਸ ਨੇ ਹੁਣ ਤੱਕ ਦੇ ਬੀਤੇ ਹੋਏ ਸਮੇਂ ਦਾ ਆਨੰਦ ਮਨਾ ਲਿਆ, ਜਿਹਨੂੰ ਕਹਿੰਦੇ ਨਾ, ਆਗੈ ਸੁਖ ਮੇਰੇ ਮੀਤਾ, ਪਾਤਸ਼ਾਹ ਆਨੰਦ ਪ੍ਰਭ ਕੀਤਾ। ਹੁਣ ਤੱਕ ਜੋ ਕੁਝ ਬਤੀਤ ਹੋਇਆ, ਜਿਸ ਦਿਨ ਸਾਡੇ ਹਿਰਦੇ ਕਰਕੇ ਇਹ ਆਵਾਜ਼ ਨਿਕਲੀ, ਸੱਚੇ ਪਾਤਸ਼ਾਹ ਸੁੱਖ ਦਾ ਬਤੀਤ ਹੋਇਆ ਹੀ, ਬਸ ਉਹਨਾਂ ਦਾ ਆਉਣ ਵਾਲਾ ਸਮਾਂ ਆਨੰਦ ਦਾ ਹੁੰਦਾ ਹੈ, ਕਿਉਂਕਿ ਪ੍ਰਭੂ ਅੱਗੇ ਆਨੰਦ ਬਣਾ ਦਿੰਦੇ ਨੇ। ਅਤੇ ਜਿਹੜੇ ਹੁਣ ਤੱਕ ਦੇ ਬੀਤੇ ਹੋਏ ਸਮੇਂ ਦੇ ਉਲਾਮੇ ਦਿੰਦੇ ਨੇ, ਉਹਨਾਂ ਨੂੰ ਸਭ ਕੁਝ ਮਿਲਦਾ ਹੋਏਗਾ, ਅਸੀਂ ਟਿੱਪਣੀ ਨਹੀਂ ਕਰ ਸਕਦੇ ਉੱਤੇ, ਪਰ ਆਨੰਦ ਨਹੀਂ ਮਿਲਦਾ। ਉਹਨਾਂ ਨੂੰ ਹੋਰ ਸਭ ਕੁਝ ਮਿਲਦਾ ਹੋਏਗਾ, ਪਰ ਆਨੰਦ ਨਹੀਂ। ਅਤੇ ਜਿਨ੍ਹਾਂ ਨੇ ਹੁਣ ਤੱਕ ਦੇ ਬੀਤੇ ਹੋਏ ਸਮੇਂ ਨੂੰ ਸੁੱਖ ਕਹਿ ਦਿੱਤਾ, ਸੱਚੇ ਪਾਤਸ਼ਾਹ ਹੁਣ ਤੱਕ ਦਾ ਸਮਾਂ ਤੇਰੇ ਪਿਆਰ 'ਚ ਬਤੀਤ ਹੋਇਆ, ਸੁੱਖ ਦਾ ਬਤੀਤ ਹੋਇਆ। ਔਰ ਸਾਡੀ ਆਪ ਨੂੰ ਅਤੇ ਵੱਡਿਆਂ ਨੂੰ ਪਤਾ ਹੋਏਗਾ, ਇਹ ਬਹੁਤ ਵੱਡੀ ਇੱਕ ਗਹਿਰੀ ਅਰਦਾਸ ਦਾ ਨੁਕਤਾ ਵੀ ਰਿਹਾ ਹੈ, ਔਰ ਇਹੀ ਸਮਝਣਾ ਅਤੇ ਸੁਣਨਾ ਹੈ। ਜਿਵੇਂ ਅੱਜ ਮਹਾਰਾਜ ਨੇ ਫਿਰ ਤੋਂ ਅੱਗੇ ਬਚਨ ਸਾਨੂੰ ਵਿਆਖਿਆ ਦੇ ਰੂਪ ਵਿੱਚ ਦਿੱਤਾ ਹੈ, ਸੁਣ ਗੁਰਮੁਖ, ਸੁਣ ਗੁਰਮੁਖ ਨਾਮ। ਇੱਥੇ ਗੁਰਮੁਖ ਦਾ ਭਾਵ ਸਾਰੇ ਸਿਆਣੇ ਕਿ ਗੁਰੂ ਦੇ ਮੁਖ ਤੋਂ ਅਸਾਂ ਨੇ ਨਾਮ ਸੁਣਨਾ, ਗੁਰੂ ਦੇ ਮੁਖ ਤੋਂ। ਠੀਕ ਹੈ, ਗੁਰੂ ਦੇ ਮੁਖ ਤੋਂ ਨਾਮ ਕਿਵੇਂ ਸੁਣਾਂਗੇ? ਜਿਤਨੀ ਵੀ ਬਾਣੀ ਹੈ ਸਾਨੂੰ ਗੁਰੂ ਤੋਂ ਹੀ ਪ੍ਰਾਪਤ ਹੋਈ ਨਾ, ਅਤੇ ਸਾਰੀ ਬਾਣੀ ਦੇ ਵਿੱਚ ਨਾਮ ਹੈ। ਅਸੀਂ ਕਦੇ ਕਦੇ ਸੋਚ ਲੈਂਦੇ ਕਿ ਸ਼ਾਇਦ ਨਾਮ ਕੋਈ ਵੱਖਰੀ ਵੀ ਚੀਜ਼ ਮੈਨੂੰ ਮਿਲੇਗੀ। ਅੱਜ ਸਾਰੇ ਜਦੋਂ ਕਹਿੰਦੇ ਨਾਮਦਾਨ ਬਖਸ਼ਿਸ਼ ਹੋਵੇ, ਸੱਚੇ ਪਾਤਸ਼ਾਹ ਸਾਨੂੰ ਨਾਮਦਾਨ ਮਿਲੇ, ਅਤੇ ਕਈ ਵਾਰ ਸਾਡੇ ਮਨਾਂ 'ਚ ਜਾਂ ਜਿਹੜੇ ਸੀ ਨਾਦਾਨਤਾ ਦੇ ਮੁਕਾਮ 'ਤੇ ਜੇ ਪੂਰੇ ਸਮਝ ਨਹੀਂ ਹੁੰਦੀ, ਅਤੇ ਕੀ ਸੋਚਦੇ ਕਿ ਨਾਮ ਸ਼ਾਇਦ ਵੱਖਰਾ ਕੋਈ ਹੋਏਗਾ। ਕਈ ਵਾਰ ਇੱਕ ਦੂਜੇ ਤੋਂ ਪੁੱਛਿਆ ਵੀ ਪਾਠ ਤਾਂ ਕਰ ਲੈਂਦੇ ਹਾਂ, ਕਿ ਨਾਮ ਜਪਣਾ ਵੱਖਰਾ ਚਾਹੀਦਾ? ਇਹ ਸਵਾਲ ਆਮ ਹੀ ਕਾਮਨ ਹੈ ਵੀ ਪਾਠ ਕਰ ਲੈਂਦੇ ਹਾਂ, ਨਾਮ ਵੱਖਰਾ ਹੈ ਤੋਂ? ਨਹੀਂ ਭਾਈ, ਸੰਪੂਰਨ ਬਾਣੀ ਨਾਮ ਨਾਲ ਭਰੀ ਹੋਈ ਹੈ। ਸੰਪੂਰਨ ਬਾਣੀ, ਕਿਤਿਓਂ ਕੋਈ ਪੜ੍ਹਦਾ ਹੈ, ਕਿਤਿਓਂ ਕੋਈ ਜਪਦਾ ਹੈ, ਉਹਨੂੰ ਨਾਮ ਮਿਲੇਗਾ, ਕਿਉਂਕਿ ਨਾਮ ਪ੍ਰਾਪਤ ਹੋਣ ਵਾਸਤੇ ਹਿਰਦੇ ਦੀ ਨਿਰਮਲਤਾ ਚਾਹੀਦੀ ਹੈ। ਬਾਣੀ ਦਾ ਪਠਨ ਪਾਠਨ ਤੇ ਖਿਮ ਕਰਨਾ ਕੋਈ ਵੀ ਕਰ ਲੈਂਦਾ, ਨਾਸਤਿਕ ਵੀ ਕਰ ਲੈਂਦੇ, ਤਰਕ ਵਾਲੇ ਵੀ ਕਰਦੇ ਨੇ। ਅਸੀਂ ਬਹੁਤ ਲੋਕਾਂ ਉਹਨਾਂ ਨੂੰ ਜਾਣਦੇ ਹਾਂ ਜਿਹੜੇ ਕੇਵਲ ਸਾਹਿਤਕ ਅਧਿਐਨ ਵਾਸਤੇ ਪਾਠ ਕਰਦੇ ਨੇ, ਕਿਉਂਕਿ ਯੂਨੀਵਰਸਿਟੀਆਂ ਵਿੱਚ ਕੰਮ ਹੋ ਰਹੇ ਨੇ। ਕਿਉਂਕਿ ਸਭ ਨੂੰ ਪਤਾ ਹੈ ਕਿ 550 ਸਾਲ ਪੁਰਾਣੇ ਬਚਨਾਂ ਨੂੰ ਅਗਰ ਬਿਹਤਰੀਨ ਤਰੀਕੇ ਨਾਲ ਸਾਂਭਿਆ ਗਿਆ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਦਕੇ, ਖਾਸ ਕਰਕੇ ਬਾਬਾ ਕਬੀਰ ਸਾਹਿਬ, ਰਵਿਦਾਸ ਸਾਹਿਬ, ਜਿਹੜੇ ਪੁਰਾਣੇ ਭਗਤ ਨੇ, ਜਿਹੜੇ ਇਹਨਾਂ 'ਤੇ PhD ਕਰਦੇ ਨੇ, ਮਿਹਨਤਾਂ ਕਰਦੇ ਨੇ, ਉਹਨਾਂ ਦਾ ਸਭ ਤੋਂ ਬਿਹਤਰੀਨ ਸਰੋਤ ਫਿਰ ਗੁਰੂ ਗ੍ਰੰਥ ਸਾਹਿਬ ਹੀ ਹੁੰਦਾ ਹੈ। ਕਿਉਂਕਿ ਸਭ ਨੂੰ ਪਤਾ ਹੈ ਕਿ ਜਦੋਂ ਦਾ ਵੀ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ, ਅੱਜ ਤਾਂ ਆਪਾਂ ਹੁਣ ਪੁਰਬ ਮਨਾ ਰਹੇ ਹਾਂ, ਆਉਣ ਵਾਲੇ ਸਮੇਂ 'ਚ ਆਪਾਂ ਕੱਲ੍ਹ ਤੋਂ ਹੀ ਸਮਾਗਮ ਆਰੰਭ ਕਰਦੇ ਹਾਂ, ਇਹਦੇ ਵਿੱਚ ਬਿਹਤਰੀਨ ਤਰੀਕੇ ਦੇ ਨਾਲ ਮਹਾਰਾਜ ਨੇ ਸਾਂਭ ਦਿੱਤਾ ਹੈ। ਅਤੇ ਇਹਦੇ ਵਿੱਚ ਉਸ ਦਿਨ ਤੋਂ ਬਾਅਦ, ਜਿਸ ਦਿਨ ਤੋਂ ਇਹ ਭਗਤ ਬਾਣੀ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਲਾਕ ਕਰ ਦਿੱਤੀ, ਜਾਂ ਇੰਝ ਕਿਹਾ ਜਾਏ
ਜਦੋਂ ਤੋਂ ਗੁਰੂ ਨਾਨਕ ਮਹਾਰਾਜ ਜੀ ਨੇ ਪਾਵਨ ਬਾਣੀ ਨੂੰ ਆਪਣੇ ਸੰਗ੍ਰਹਿ ਪੋਥੀ 'ਚ ਪਾ ਲਿਆ ਹੈ, ਕੋਈ ਇਹਦੇ 'ਚ ਅੱਖਰ ਤੁਕ ਵਧਾ ਘਟਾ ਨਹੀਂ ਪਾਇਆ, ਬਸ ਲੌਕ ਹੈ। ਅਤੇ ਸ਼ਾਇਦ ਅੱਜ ਤੱਕ ਜਿਤਨੇ ਸਾਹਿਤਕ ਜੇ ਗੱਲ ਕਰ ਲਈਏ, ਜਿਤਨੇ ਵੀ ਗ੍ਰੰਥ ਬਾਅਦ 'ਚ ਲਿਖੇ ਗਏ ਨੇ, ਸੰਪਾਦਿਤ ਹੋਏ ਨੇ, ਸਾਰੇ ਵਿਦਵਾਨਾਂ ਨੇ ਆਪਣੀ ਮਤ ਬੁੱਧ ਦੇ ਵਿੱਚ ਜ਼ਰੂਰ ਪਾ ਦਿੱਤੀ ਹੈ। ਮਨੁੱਖਤਾ ਦਾ ਸੁਭਾਅ ਹੈ, ਮਨੁੱਖਤਾ ਦਾ ਦੋਸ਼ ਵੀ ਹੈ, ਗਾਹੇ ਬਗਾਹੇ ਵਿੱਚ ਆਪਣੀ ਮਤ ਪੈ ਹੀ ਜਾਂਦੀ ਹੈ। ਦੇਖੋ ਜੀ, ਮਾਤਰਾ ਇੱਦਾਂ ਨਹੀਂ ਸੀ ਚਾਹੀਦੀ, ਆਹ ਸ਼ਬਦ ਜੋੜ ਇੱਦਾਂ ਦਾ ਨਹੀਂ ਸੀ ਚਾਹੀਦਾ, ਦੇਖੋ ਜੀ ਇੱਦਾਂ ਕਰ ਦਈਏ ਤਾਂ ਗੱਲ ਵਧੀਆ ਬਣਦੀ ਹੈ। ਉਹ ਇੱਦਾਂ ਵਧੀਆ ਵਧੀਆ ਬਣਾਉਂਦੇ ਹੀ ਬਹੁਤ ਕੁਝ ਬਦਲ ਜਾਂਦਾ ਹੈ। ਅੱਜ ਵੀ ਕਿਤੇ ਤਜਰਬੇ ਵਾਸਤੇ ਪੜ੍ਹਨਾ ਹੋਵੇ, ਸਾਡੇ ਕੋਲ ਸਭ ਤੋਂ ਲੰਮੇਰਾ ਪੰਧ ਬਾਬਾ ਕਬੀਰ ਸਾਹਿਬ ਜੀ ਦਾ ਹੈ, ਜ਼ਿਆਦਾ ਬਾਣੀ ਬਾਬਾ ਕਬੀਰ ਸਾਹਿਬ ਜੀ ਦੀ ਹੈ। ਅਤੇ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਕਬੀਰ ਗ੍ਰੰਥਾਵਲੀ ਦੇ ਨਾਂ 'ਤੇ ਹੁਣ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਬਾਬਾ ਧਰਮਦਾਸ ਜੀ ਨੇ ਬੀਜਕ ਪ੍ਰਕਾਸ਼ਿਤ ਕਰਵਾਇਆ ਸੀ। ਬੀਜਕ ਤੇ ਬਹੁਤ ਛੋਟਾ ਜਿਹਾ ਗ੍ਰੰਥ ਹੈ, ਪਰ ਹੁਣ ਤੇ ਬੜਾ ਵੱਡਾ ਕਬੀਰ ਗ੍ਰੰਥਾਵਲੀ ਗ੍ਰੰਥ ਬਣਾ ਦਿੱਤਾ, ਕਿਉਂਕਿ ਇੱਕ ਦੇ ਨਾਲ ਕਈ ਮਿਲਦੇ ਜੁਲਦੇ ਸ਼ਲੋਕ ਵੀ ਇਕੱਠੇ ਕਰਤੇ ਗਏ। ਜਿਹੜੇ ਸਾਡੇ ਕੋਲ ਸ਼ਲੋਕ ਨੇ, ਜਦੋਂ ਅਸੀਂ ਪੁਰਾਣੇ ਬੀਜਕ 'ਚ ਪੜ੍ਹਦੇ ਹਾਂ ਤਾਂ ਮਿਲਦੇ ਜੁਲਦੇ ਨੇ, ਹੁਣ ਦੀ ਗ੍ਰੰਥਾਵਲੀ 'ਚ ਪੜ੍ਹਦੇ ਹਾਂ ਅਤੇ ਉਹਨਾਂ ਦਾ ਰੂਪ ਹੀ ਬਦਲਿਆ ਹੋਇਆ, ਉਹਨਾਂ ਨੂੰ ਨਵੀਂ ਭਾਸ਼ਾ ਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਖੈਰ, ਸਾਡੇ ਵਾਸਤੇ ਸਭ ਤੋਂ ਬਿਹਤਰੀਨ, ਵਿਦਵਾਨਾਂ ਵਾਸਤੇ ਬਿਹਤਰੀਨ ਗੁਰਬਾਣੀ ਹੈ, ਅਤੇ ਸੰਪੂਰਨ ਗੁਰਬਾਣੀ ਭਾਈ ਨਾਮ ਨਾਲ ਭਰੀ ਹੋਈ ਹੈ। ਅਤੇ ਅੱਜ ਅਸੀਂ ਗੁਰੂ ਤੋਂ ਬਾਣੀ ਸੁਣਦੇ ਹਾਂ। ਇੱਕ ਚੇਤਾ ਸਾਡੇ ਹੋਰ ਆ ਜਾਏ ਕਿ ਜਦੋਂ ਵੀ ਸਾਨੂੰ ਬਾਣੀ ਸੁਣਨ ਨੂੰ ਮਿਲਦੀ ਹੈ, ਭਾਵੇਂ ਕੋਈ ਛੋਟਾ ਜਿਹਾ ਬਾਲਕਾ ਪਾਠੀ ਪਾਠ ਕਰਦਾ ਹੈ, ਅਤੇ ਭਾਵੇਂ ਕੋਈ ਉਮਰ ਦਰਾਜ਼ ਬੰਦਾ ਪਾਠ ਕਰਦਾ ਹੋਵੇ, ਉਹ ਵਿਅਕਤੀ ਪਾਠ ਕਰ ਰਿਹਾ ਹੈ, ਬਾਣੀ ਗੁਰੂ ਨਾਨਕ ਦੀ ਗੁਰਬਾਣੀ ਹੀ ਹੈ, ਕੋਈ ਸ਼ਬਦ ਗੁਰੂ ਦਾ ਹੀ ਹੈ। ਸੁਣ ਅਸੀਂ ਗੁਰੂ ਨੂੰ ਹੀ ਰਹੇ ਹਾਂ। ਭੁਲੇਖੇ 'ਚ ਅਸੀਂ ਕਦੇ ਕਦੇ ਪੈ ਜਾਂਦੇ ਕਿ ਦੇਖੋ ਜੀ ਫਲਾਣਾ ਠੀਕ ਹੈ, ਮਨੁੱਖੀ ਸੁਭਾਅ ਅਤੇ ਮਨੁੱਖੀ ਕਲਾ ਜੋ ਕਰਤੇ ਨੇ ਬਖਸ਼ਿਸ਼ ਕੀਤੀ ਹੁੰਦੀ ਹੈ। ਕਿਸੇ ਨੂੰ ਚਾਰਨ ਭੇਤ ਬਹੁਤ ਵਧੀਆ ਦਿੱਤਾ, ਕਿਸੇ ਦਾ ਕੰਠ ਬਹੁਤ ਵਧੀਆ, ਕਿਸੇ ਦਾ ਪੇਸ਼ਕਾਰੀ ਬਹੁਤ ਵਧੀਆ, ਤਾਂ ਵਧੀਆ ਹੋਏਗਾ, ਚੰਗਾ ਹੋਏਗਾ, ਅਤੇ ਅਸੀਂ ਕੋਈ ਟਿੱਪਣੀ ਨਹੀਂ। ਇਸੇ ਦੀ ਕੀਮਤ ਸੰਸਾਰ 'ਚ ਪੈ ਰਹੀ ਹੈ, ਪਰ ਚੇਤਨਾ ਸ਼ਬਦ ਗੁਰੂ ਕਾ ਹੀ ਹੈ। ਅਤੇ ਸੁਣਨ ਦਾ ਜੋ ਸਾਨੂੰ ਚਾਹੀਦਾ ਪੱਖ, ਉਹ ਇੱਥੇ ਪਹੁੰਚਣਾ ਚਾਹੀਦਾ ਹੈ ਕਿ ਅਸੀਂ ਗੁਰੂ ਤੋਂ ਗੁਰੂ ਨੂੰ ਸੁਣ ਰਹੇ ਹਾਂ। ਭਾਈ ਸਾਹਿਬ ਸਾਨੂੰ ਸਮਝਾਉਂਦੇ ਹੁੰਦੇ ਸੀ ਕਿ ਜਦੋਂ ਵੀ ਕਿਤੇ ਬਾਣੀ ਸੁਣਨ ਦਾ ਵਕਤ ਮਿਲੇ, ਉਦੋਂ ਵਿਚਲੇ ਵਿਅਕਤੀ ਨੂੰ ਕੱਢ ਦੇਣਾ, ਬਸ ਧਿਆਨ ਨੇਤਰ ਬੰਦ ਕਰਨ। ਬਾਰ-ਬਾਰ ਬੰਦੇ ਦੀ ਸ਼ਕਲ ਮਤ ਦੇਖੀ ਜੋ ਕਿ ਪਾਠੀ ਕਿੱਦਾਂ ਦੇ ਕੱਪੜੇ ਪਾ ਕੇ ਬੈਠਾ ਹੈ, ਪਾਠੀ ਬਜ਼ੁਰਗ ਹੈ ਕਿ ਉਮਰ ਨਿਆਣਾ ਹੈ ਕਿ ਛੋਟਾ ਹੈ ਕਿ ਬੀਬੀ ਹੈ ਕਿ ਭਾਈ ਹੈ ਨਾ। ਤੁਸੀਂ ਧੁਨ ਵਿੱਚ ਧਿਆਨ ਲਗਾਓ, ਸੰਭਵ ਹੋਵੇ ਧਿਆਨ ਪਾਠ ਚੌਕੜਾ ਮਾਰ ਕੇ ਸਰੀਰ ਜਿਵੇਂ ਸਧਾਰਨ ਬੈਠ ਸਕਦਾ ਬੈਠੋ, ਨੇਤਰ ਬੰਦ ਕਰੋ ਅਤੇ ਸਾਰਾ ਧਿਆਨ ਸੁਣਨ 'ਚ ਲਾ ਦਿਓ। ਅਤੇ ਕੀ ਸੁਣੋ? ਗੁਰੂ ਸੁਣਾ ਰਹੇ ਨੇ, ਬਸ ਗੁਰਦੇਵ ਸੁਣਾ ਰਹੇ ਨੇ, ਮੈਨੂੰ ਸੁਭਾਗ ਮਿਲਿਆ ਬਾਣੀ ਸੁਣਨ ਦਾ। ਅਤੇ ਜੇ ਕਿਤੇ ਇਸ ਤਰ੍ਹਾਂ ਥੋੜ੍ਹਾ ਸਮਾਂ ਵੀ ਬਣ ਜਾਏ, ਅਤੇ ਚੇਤਾ ਰੱਖਣਾ ਓਨੇ ਸਮੇਂ ਦੇ ਵਿੱਚ ਵੀ ਸਾਨੂੰ ਬਹੁਤ ਕੁਝ ਮਿਲ ਜਾਂਦਾ ਹੈ। ਅੱਜ ਉਸ ਆਰੰਭਤਾ ਜਾਪ ਜਿਹਨੇ ਤੇ ਜਾਪ ਕੀਤਾ ਹੋਣਾ ਨਾ, ਸੁਣਿਆ ਸਿੱਧ ਪੀਰ ਸੁਰਨਾਥ ਪੜ੍ਹਿਆ ਹੋਣਾ ਨਾ, ਇਹ ਸੁਣਿਆ ਕੀ ਸੁਣਿਆ ਸੀ? 35 ਅੱਖਰੀ ਥੋੜ੍ਹਾ ਸੁਣੀਏ ਸਾਂ, ਨਹੀਂ, ਗੁਰੂ ਨੂੰ ਸੁਣਿਆ। ਸਾਹਿਤਕ ਸ਼ਬਦਾਵਲੀ ਹੈ, ਗੁਰੂ ਨੂੰ ਸੁਣਿਆ। ਅੱਜ ਅਸੀਂ ਸੁਣਦੇ ਨਾ, ਵਿਦਵਾਨਾਂ ਨੂੰ ਸੁਣਦੇ ਹਾਂ, ਅੱਜ ਵੀ ਅਸੀਂ ਮਸਕੀਨ ਸਾਹਿਬ ਨੂੰ ਸੁਣਦੇ ਹਾਂ ਨਾ, ਲੋਕ ਆਪਣੇ ਆਪਣੇ ਪੱਧਰ ਦੇ ਵਿਦਵਾਨਾਂ ਨੂੰ ਸੁਣਦੇ ਨਾ, ਲੋਕ ਲੈਕਚਰਸ ਨੂੰ ਸੁਣਦੇ ਨਾ। ਅਸੀਂ ਕਿਸ ਨੂੰ ਸੁਣਨਾ ਹੈ? ਅਸਾਂ ਗੁਰੂ ਨੂੰ ਸੁਣਨਾ ਹੈ। ਅਸਾਂ ਅਤੇ ਜਦੋਂ ਗੁਰੂ ਨੂੰ ਸੁਣਾਂਗੇ ਨਾ, ਫਿਰ ਗੱਲ ਹੋਰ ਬਿਹਤਰ ਹੋ ਜਾਏਗੀ। ਅੱਜ ਮਹਾਰਾਜ ਸੁਣ ਗੁਰਮੁਖ, ਸੁਣ ਗੁਰਮੁਖ। ਗੁਰੂ ਤੋਂ ਕੀ ਸੁਣਿਆ? ਗੁਰੂ ਦੇ ਮੁਖੋਂ ਅਸਾਂ ਕੀ ਸੁਣਿਆ? ਨਾਮ। ਗੁਰੂ ਕੇ ਮੁਖੋਂ ਨਾਮ ਹੀ ਸੁਣਿਆ। ਗੁਰੂ ਕੇ ਮੁਖੋਂ ਦੁਨੀਆਵੀ ਗੱਲਾਂ ਥੋੜ੍ਹਾ ਅਸਾਂ ਸੁਣ ਪਾਏ। ਕੀ ਸਾਡੇ 'ਚ ਤਾਬ ਹੈ ਵੀ ਗੁਰੂ ਸਾਹਿਬ ਦੇ ਨੇ ਜੋ ਪਰਿਵਾਰਕ ਸੰਸਾਰਕ ਗੱਲਾਂ ਕੀਤੀਆਂ ਹੋਣਗੀਆਂ ਅਸੀਂ ਸੁਣ ਪਾਵਾਂਗੇ? ਨਹੀਂ। ਔਰ ਇਹੀ ਇੱਕ ਰਹੱਸ ਵੀ ਹੈ ਕਿ ਜਿਹੜੇ ਬਚਨ ਗੁਰੂ ਮਹਾਰਾਜ ਜੀ ਨੇ 10 ਪਾਤਸ਼ਾਹੀਆਂ ਦੇ ਰੂਪ ਦੇ ਵਿੱਚ
ਵਾਰਤਕ ਕੀਤੇ ਨੇ ਉਹਨਾਂ ਨੂੰ ਗੁਰਬਾਣੀ ਦੇ ਦਰਜੇ 'ਤੇ ਸਥਾਪਿਤ ਹੀ ਨਹੀਂ ਕੀਤਾ। ਔਰ ਇਹ ਨਹੀਂ ਹੈ ਕਿ ਮਹਾਰਾਜ ਨੇ ਵਾਰਤਕ ਵਚਨ ਨਹੀਂ ਕੀਤੇ ਹੋਣਗੇ, ਬੜੀਆਂ ਗੱਲਾਂ ਘਰ ਪਰਿਵਾਰ 'ਚ ਕੀਤੀਆਂ ਹੋਣਗੀਆਂ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਇਸ ਮੁਕਾਮ ਤੋਂ, ਜਿਹਨੂੰ ਅਸੀਂ ਨਨਕਾਣਾ ਸਾਹਿਬ ਕਹਿੰਦੇ ਹਾਂ, ਹਜ਼ੂਰ ਸਾਹਿਬ ਤੱਕ ਦੇ ਲਗਭਗ 250 ਸਾਲ ਦਾ ਸਮਾਂ ਗੁਜ਼ਰਦਾ ਏ। ਇੰਨੇ ਦਰਮਿਆਨ ਕਿ ਮਹਾਰਾਜ ਨੇ ਘਰ ਪਰਿਵਾਰ ਸੰਸਾਰ 'ਚ ਨੇਮੀਆਂ ਪ੍ਰੇਮੀਆਂ ਦੇ ਨਾਲ, ਅਭਿਆਸੀਆਂ ਦੇ ਨਾਲ, ਅਭਿਆਗਤਾਂ ਦੇ ਨਾਲ ਸੰਵਾਦ ਨਹੀਂ ਕੀਤੇ। ਬਹੁਤ ਗੱਲਾਂ ਹੋਈਆਂ ਹੋਣਗੀਆਂ ਨਾ, ਪਰ ਉਹਨਾਂ ਨੂੰ ਗੁਰਬਾਣੀ ਦਾ ਦਰਜਾ ਮਹਾਰਾਜ ਨੇ ਆਪ ਹੀ ਨਹੀਂ ਦਿੱਤਾ। ਪਤਾ ਕਿਉਂ? ਉਹ ਗੱਲਬਾਤ ਕਰਦਿਆਂ ਮਨੁੱਖੀ ਮੰਡਲ ਹੈ, ਵਿਦਵਾਨਾਂ ਦਾ ਮੰਡਲ ਹੈ, ਤਰਕ ਵਾਲਿਆਂ ਦਾ ਮੰਡਲ ਹੈ, ਅਲੱਗ-ਅਲੱਗ ਲੈਵਲ ਹੋਣਗੇ, ਪਰ ਮਹਾਰਾਜ ਨੇ ਸਾਨੂੰ ਉਪਦੇਸ਼ ਉਹ ਹੀ ਦਿੱਤਾ ਜਿਹੜਾ ਮਹਾਰਾਜ ਨੇ ਸਾਨੂੰ ਸ਼ਬਦ ਰੂਪ ਰੋਕ ਕੇ ਦਿੱਤਾ ਹੈ। ਇਸ ਕਰਕੇ ਇਹਦੇ ਵਿੱਚ ਨਾਮ ਹੈ। ਅੱਜ ਅਸੀਂ ਇੱਥੇ ਪਹੁੰਚਣਾ, ਜਿਸ ਨੇ ਗੁਰੂ ਪਾਸੋਂ ਨਾਮ ਸੁਣਿਆ, ਔਰ ਅਸੀਂ ਗੁਰੂ ਪਾਸੋਂ, ਗੁਰੂ ਸਾਹਿਬ ਜੀ ਦੇ ਕੋਲੋਂ ਨਾਮ ਸੁਣਨ ਵਾਸਤੇ ਹੀ ਇੱਥੇ ਆਣ ਬੈਠੇ ਆ। ਤੇ ਮਹਾਰਾਜ ਕਹਿੰਦੇ ਨੇ ਫਿਰ ਕੀ ਬਣੇਗਾ? ਜਿਸ ਨੇ ਗੁਰੂ ਸਾਹਿਬ ਜੀ ਦੇ ਕੋਲੋਂ ਨਾਮ ਸੁਣ ਲਿਆ, ਉਹਦਾ ਮਿਟੇਗਾ ਹੋਏਗਾ ਕਿ ਕਹਿਣ ਲੱਗੇ, ਸੁਣ ਗੁਰਮੁਖ, ਸੁਣ ਗੁਰਮੁਖ ਨਾਮ ਸਭ ਬਿਨਸੇ। ਸਾਰੇ ਹੀ ਬਿਨਸ ਜਾਂਦੇ ਹਨ, ਬਿਨਸ ਗਏ ਹਨ। ਕਿਆ ਬਿਨਸ ਗਿਆ ਹੈ ਜੀ? ਹਉਮੈ ਪਾਪਾਂ। ਹਉਮੈ ਦੇ ਸਦਕੇ ਜੋ ਪਾਪ ਮਨੁੱਖ ਕਰ ਬਹਿੰਦਾ ਏ, ਜੋ ਹਉਮੈ ਦੇ ਸਦਕੇ ਮਨੁੱਖ ਦੇ ਅੰਦਰ ਵਿਕਾਰਾਂ ਦਾ ਜ਼ਹਿਰ ਚੜ੍ਹ ਜਾਂਦਾ ਹੈ, ਹਉਮੈ ਦੇ ਸਦਕੇ ਜੋ ਮਨੁੱਖ ਗਲਤੀਆਂ ਭੁੱਲਾਂ ਕਰ ਬਹਿੰਦਾ ਹੈ, ਉਹ ਸਾਰੇ ਹੀ ਵਿਨਾਸ਼ ਹੋ ਜਾਂਦੇ ਨੇ। ਇਸ ਨੂੰ ਸੰਸਾਰਕ ਪੱਧਰ 'ਤੇ ਸਮਝਣ ਵਾਸਤੇ ਅਸੀਂ ਕਦੇ ਕਦੇ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ। ਅਸੀਂ ਮੰਨਦੇ ਹਾਂ ਕਿ ਹਉਮੈ ਅਤੇ ਮਾਇਆ ਦਾ ਇੱਕ ਸੁਮੇਲ ਹੈ, ਅਤੇ ਮਾਇਆ ਦਾ, ਹਉਮੈ ਦਾ ਜ਼ਹਿਰ ਚੜ੍ਹਦਾ ਹੈ। ਸਾਡੇ ਸਾਰਿਆਂ ਵਿੱਚ ਹਉਮੈ ਦਾ ਸੂਖਸ਼ਮ ਸਰੂਪ ਹੌਲੀ ਹੌਲੀ ਪ੍ਰਬਲ ਹੋ ਜਾਂਦਾ ਹੈ। ਕਿਸੇ ਨੂੰ ਗਿਆਨ ਦੀ, ਕਿਸੇ ਨੂੰ ਵਿਦਿਆ ਦੀ, ਕਿਸੇ ਨੂੰ ਪ੍ਰਭੁਤਾ ਦੀ, ਕਿਸੇ ਨੂੰ ਰੁਤਬੇ ਦੀ। ਹਉਮੈ ਤਾਂ ਹੈ ਹੀ ਹੈ ਨਾ। ਹਉਮੈ ਮੁਕਤ ਸਾਡੇ 'ਚੋਂ ਤਾਂ ਸ਼ਾਇਦ ਕੋਈ ਵੀ ਨਹੀਂ, ਕੇਵਲ ਸੰਤ ਹੈ ਜੋ ਹਉਮੈ ਮੁਕਤ ਹੋਵੇਗਾ। ਇਹੀ ਜਦੋਂ ਹਉਮੈ ਸਾਡੇ ਜ਼ਹਿਰ ਵਾਂਗ ਸਾਡੇ ਸਿਰ ਚੜ੍ਹ ਜਾਂਦੀ ਏ ਅਤੇ ਗੁਰੂ ਸ਼ਬਦ ਸਦਕ ਉਤਰਦੀ ਏ। ਸਮਝਣ ਸਮਝਾਉਣ ਲਈ ਇਸ ਨੂੰ ਸਮਝਿਆ ਜਾਂਦਾ ਕਿ ਜਿਵੇਂ ਕਿਸੇ ਨੂੰ ਸੱਪ ਲੜ ਜਾਏ ਅਤੇ ਸੱਪ ਦਾ ਜ਼ਹਿਰ ਚੜ੍ਹ ਜਾਂਦਾ। ਅਸੀਂ ਸਿਆਣੇ ਮੰਨਦੇ ਆ ਕਿ ਸੱਪ ਦਾ ਜ਼ਹਿਰ ਚੜ੍ਹਦਾ ਹੈ, ਅਤੇ ਹੁਣ ਤਾਂ ਠੀਕ ਹੈ, ਹੌਸਪੀਟਲ 'ਚ ਸਾਨੂੰ ਟੀਕੇ ਲੱਗਦੇ ਹੋਣਗੇ, ਪਰ ਪੁਰਾਣੇ ਬਜ਼ੁਰਗਾਂ ਨੇ ਵੇਖਿਆ, ਹੰਡਾਇਆ। ਗੁਰਬਾਣੀ 'ਚ ਉਹਦਾ ਜ਼ਿਕਰ ਵੀ ਹੈ ਕਿ ਕੋਈ ਮੰਤਰ ਪੜ੍ਹਨ ਵਾਲੇ ਹੁੰਦੇ ਸਨ, ਉਹ ਮਰੀਜ਼ ਦੇ ਕੋਲ ਬੈਠੇ ਮੰਤਰ ਪੜ੍ਹਦੇ ਹੁੰਦੇ ਸਨ। ਸੱਪ ਦਾ ਮੰਤਰ, ਜਿਹਨੂੰ ਗੁਰਬਾਣੀ 'ਚ ਗਾਰੜੂ ਮੰਤਰ ਇੱਕ ਥਾਂ ਕਿਹਾ, ਗੁਰਮੁਖ ਕੋਈ ਗਾਰੜੂ। ਗਾਰੜੂ ਮੰਤਰ ਪੜ੍ਹਨ ਵਾਲੇ, ਜੇ ਸੱਪ ਦੇ ਮੰਤਰ ਜਿਨ੍ਹਾਂ ਨੇ ਜਾਣੇ ਸਨ, ਆਪਣੇ ਗੁਰੂਆਂ ਤੋਂ, ਆਪਣੇ ਉਸਤਾਦਾਂ ਤੋਂ ਸਿੱਧ ਕੀਤੇ ਸਨ, ਉਹ ਕੋਲ ਬਿਠਾ ਕੇ ਮੰਤਰ ਪੜ੍ਹਦੇ ਹੁੰਦੇ ਸਨ। ਔਰ ਮੈਂ ਅੱਖੀਂ ਵੇਖਿਆ, ਮਰੀਜ਼ ਨੂੰ ਕੋਲ ਬਿਠਾ ਲਿਟਾ ਲੈਣਾ, ਕਿਉਂਕਿ ਮਰੀਜ਼ ਤੇ ਜ਼ਹਿਰ ਨਾਲ ਤੜਪੀ ਰਿਹਾ, ਲਿਟਿਆ ਹੋਇਆ। ਮੰਤਰ ਪੜ੍ਹਨ ਵਾਲੇ ਨੇ ਉਹਦੇ ਕੋਲ ਬੈਠ ਜਾਣਾ, ਮੰਤਰ ਪੜ੍ਹਦੇ ਜਾਣਾ, ਔਰ ਉੱਤੇ ਪਾਣੀ ਦੇ ਛਿੱਟੇ ਮਾਰਦੇ ਜਾਣਾ, ਪਾਣੀ ਪਾਉਂਦੇ ਜਾਣਾ, ਮੰਤਰ ਪੜ੍ਹ ਪੜ੍ਹ ਕੇ ਉੱਤੇ ਪਾਣੀ ਪਾਉਂਦੇ ਜਾਣਾ, ਔਰ ਹੌਲੀ 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 ਉਹਦਾ ਜ਼ਹਿਰ ਉਤਰਦਾ ਜਾਣਾ, ਉਹਨੂੰ ਹੋਸ਼ ਆਉਣੀ। ਹੌਲੀ ਹੌਲੀ ਉਹਨੇ ਗੱਲਬਾਤ ਸ਼ੁਰੂ ਕਰ ਦੇਣੀ, ਪਰ ਉਹਨੇ ਫਿਰ ਵੀ ਮੰਤਰ ਪੜ੍ਹੀ ਜਾਣਾ। ਜਿੰਨਾ ਚਿਰ ਮਰੀਜ਼ ਨੂੰ ਆਪਣਾ ਦ੍ਰਿਸ਼ਟੀ ਮੁਤਾਬਕ ਚੇਤਨਤਾ ਪੂਰੀ ਨਹੀਂ ਆ ਜਾਂਦੀ, ਔਰ ਚੇਤਨਤਾ ਪੂਰੀ ਦਾ ਮਤਲਬ ਸੀ ਜਦੋਂ ਤੱਕ ਉਹਦੀ ਪੀੜਾ ਨਹੀਂ ਮਿਟ ਜਾਂਦੀ, ਉਦੋਂ ਤੱਕ ਉਹਨਾਂ ਮੰਤਰ ਪੜ੍ਹੀ ਜਾਣਾ, ਮੰਤਰ ਪੜ੍ਹੀ ਜਾਣਾ, ਪੜ੍ਹੀ ਜਾਣਾ, ਪੜ੍ਹੀ ਜਾਣਾ, ਔਰ ਫਿਰ ਕਹਿ ਦੇਣਾ ਵੀ ਹੁਣ ਜ਼ਹਿਰ ਉਤਰ ਗਿਆ, ਹੁਣ ਕਮਜ਼ੋਰੀ ਬਾਕੀ ਹੈ, ਜ਼ਹਿਰ ਉਤਰ ਗਿਆ, ਕਰ ਲੈ ਜੋ। ਔਰ ਵੇਖਿਆ ਮਰੀਜ਼ ਬਚਦੇ, ਕਿਉਂਕਿ ਐਸੇ ਦਾਅਵੇ ਕੀਤੇ ਗਏ ਨੇ ਜਿਹੜੇ ਸੱਪ ਦੇ ਜ਼ਹਿਰ ਨੂੰ ਮੰਤਰ ਦੇ ਨਾਲ ਉਤਾਰਦੇ ਸਨ। ਔਰ ਉਹ ਤਾਂ ਚਲੋ ਸੱਪ ਦਾ ਜ਼ਹਿਰ ਹੋਏਗਾ, ਕੀ ਮੰਤਰ ਨਾਲ ਜ਼ਹਿਰ ਉਤਰਦਾ? ਤੇ ਮਹਾਰਾਜ ਕਹਿਣ ਲੱਗੇ, ਭਾਈ ਅੱਜ ਸਾਡੇ ਅੰਦਰ ਹਉਮੈ ਦਾ ਜ਼ਹਿਰ ਚੜ੍ਹ ਜਾਂਦਾ ਨਾ, ਇੱਥੇ ਬਹਿ ਜਾਓ, ਅਤੇ ਜੇ ਗੁਰੂ ਕੇ ਸ਼ਬਦ ਨੂੰ ਸੁਣਨ ਲੱਗ ਪਓਗੇ ਨਾ, ਅਤੇ ਹਉਮੈ ਦਾ ਜ਼ਹਿਰ ਵੀ ਹੌਲੀ ਹੌਲੀ ਉਤਰ ਜਾਏਗਾ। ਇਸੇ ਕਰਕੇ ਅੱਗੇ ਜਾ ਕੇ ਮਹਾਰਾਜ ਨੇ ਜੋ ਰੂਪਕ ਅਲੰਕਾਰ ਵਰਤੇ ਨੇ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਕਿਹਾ ਨਾ, ਜਿਵੇਂ ਨਾਗਾਂ ਦਾ ਜ਼ਹਿਰ ਚੜ੍ਹ ਜੇ ਅਤੇ ਮੰਤਰਾਂ ਦੇ ਨਾਲ ਉਤਰ ਜਾਂਦਾ ਹੈ। ਗੁਰਮੁਖ ਕੋਈ ਗਾਰੜੂ ਤਿਨ ਮਲ ਦਲ ਲਾਈ ਪਾਏ। ਗੁਰਮੁਖ ਜਿਹੜੇ ਗਾਰੜੂ ਮੰਤਰ ਜਾਣਦੇ ਨੇ, ਭਾਵ ਜਿਹੜੇ ਗੁਰਮੰਤਰ ਜਾਣਦੇ ਨੇ, ਉਹ ਇਸ ਮਾਇਆ ਦੇ ਜ਼ਹਿਰ ਨੂੰ ਉਤਾਰਨ ਸਮਰੱਥ ਨੇ।
ਅਸੀਂ ਉਹਨਾਂ ਗੁਰਮੁਖਾਂ ਦੀ ਸੰਗਤ ਕਰਨੀ ਹੈ ਅਤੇ ਉਹਨਾਂ ਗੁਰਮੁਖਾਂ ਦੇ ਦੁਆਰਾ ਬਾਣੀ ਦਾ ਪਾਠ ਬਾਣੀ ਸੁਣਨੀ ਹੈ। ਅਤੇ ਬਾਣੀ ਸੁਣਾਂਗੇ ਅਤੇ ਮਹਾਰਾਜ ਕਹਿੰਦੇ ਕਿ ਹਉਮੈ ਅਤੇ ਹਉਮੈ ਦੇ ਸਦਕੇ ਚੜ੍ਹੇ ਹੋਏ ਪਾਪ, ਚੜ੍ਹੇ ਹੋਏ ਵਿਕਾਰ, ਇਹ ਸਾਰੇ ਉਤਰ ਜਾਂਦੇ ਨੇ ਭਾਈ। ਇਸੇ ਕਰਕੇ ਅਭਿਆਸੀ ਮੰਨਦੇ ਨੇ ਗੁਰਸੰਗਤ ਵਿੱਚ ਆ ਕੇ ਬਹੁਤੀ ਕਈ ਵਾਰ ਸਮਝ ਨਹੀਂ ਆ ਰਹੀ ਹੁੰਦੀ। ਐਸੇ ਕਈ ਦ੍ਰਿਸ਼ਟਾਂਤ ਸਾਡੇ ਕੋਲ ਵਡੇਰੇ ਦੀ ਸਾਖੀਆਂ 'ਚ ਨੇ ਕਿ ਜਿਨ੍ਹਾਂ ਨੂੰ ਬਹੁਤੇ ਸਾਰੇ ਗੁਰਬਾਣੀ ਦੇ ਆਖਰੀ ਅਰਥਾਂ ਦੀ ਸਮਝ ਨਹੀਂ ਆ ਰਹੀ, ਪਰ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਜਦੋਂ ਨਿਰਮਲ ਹਿਰਦਾ ਕਰਕੇ ਗੁਰੂ ਸ਼ਬਦ ਨੂੰ ਸੁਣਨ ਲੱਗ ਪੈਂਦੇ ਨੇ ਅਤੇ ਚਿੱਤ ਨਿਰਮਲ ਹੋਣ ਲੱਗ ਪੈਂਦਾ ਹੈ। ਔਰ ਇਹ ਜੁਗਤ ਵੀ ਸਾਨੂੰ ਦਿੱਤੀ ਗਈ ਹੈ। ਆਪਣੇ 'ਤੇ ਪਾਠ ਕਰਦਿਆਂ ਪੜ੍ਹਿਆ ਹੋਣਾ ਨਾ, ਮੂਤ ਪਲੀਤੀ ਕਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ। ਭਈ ਜਿਵੇਂ ਵਿਕਾਰਾਂ ਨਾਲ ਭਰੇ ਹੋਏ ਆ ਦੁਨਿਆਵੀ ਮੈਲ ਦਾ ਭਰਿਆ ਹੋਇਆ ਕੱਪੜਾ ਧੋ ਲਈਦਾ ਏ, ਇਵੇਂ ਦੁਨਿਆਵੀ ਵਿਕਾਰਾਂ ਨਾਲ ਭਰੀ ਹੋਈ ਮੱਤ ਗੁਰੂ ਸ਼ਬਦ ਨਾਲ ਤੇ ਕਿਵੇਂ ਵੀ ਗੁਰੂ ਸ਼ਬਦ ਜਦੋਂ ਪੜ੍ਹਿਆ ਜਾ ਰਿਹਾ ਹੋਵੇ, ਜਦੋਂ ਗੁਰੂ ਸ਼ਬਦ ਸੁਣਨ ਦਾ ਵਕਤ ਮਿਲ ਰਿਹਾ ਹੋਵੇ ਅਤੇ ਇਹ ਭਾਵ ਲੈ ਕੇ ਬੈਠੀ ਕਿ ਮਹਾਰਾਜ ਕਿਰਪਾ ਕਰੋ, ਮੇਰੇ ਅਵਗੁਣ ਮਿਟਾ ਦਿਓ, ਮੇਰੇ ਅੰਦਰ ਦੀ ਮੈਲ ਧੁੱਪ ਜਾਏ। ਆ ਸਾਨੂੰ ਦੱਸਿਆ ਵੀ ਗਿਆ ਏ, ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਇੱਥੇ ਹੀ ਧੋਤਾ ਜਾਣਾ ਮਨ ਸਾਡਾ। ਸਿਆਣੇ ਕਹਿੰਦੇ ਨਾ, ਤਨ ਬਾਣੀ ਨਾਲ ਧੋਤਾ ਨਹੀਂ ਜਾਂਦਾ, ਤਨ ਪਾਣੀ ਨਾਲ ਧੋਤਾ ਜਾਂਦਾ ਅਤੇ ਮਨ ਬਾਣੀ ਨਾਲ ਧੋਤਾ ਜਾਂਦਾ ਹੈ। ਅੱਜ ਕਹਿੰਦੇ ਕਿ ਜਦੋਂ ਗੁਰੂ ਕੇ ਮੁਖੋਂ ਬਾਣੀ ਨੂੰ ਸੁਣਿਆ ਅਤੇ ਗੁਰੂ ਕੇ ਮੁਖੋਂ ਨਾਮ ਸੁਣਿਆ, ਸੰਪੂਰਨ ਬਾਣੀ 'ਚ ਦੁਹਰਾ ਦਿਆਂ, ਸੰਪੂਰਨ ਬਾਣੀ ਨਾਮ ਨਾਲ ਪਰਿਪੂਰਨ ਹੈ, ਭਰੀ ਪਈ ਹੈ, ਰਸ ਭਰਿਆ ਨਾਮ ਦਾ। ਪਰ ਉੱਥੋਂ ਤੱਕ ਸਾਨੂੰ ਪਹੁੰਚਣਾ ਪੈਣਾ। ਸਿਆਣੇ ਮੰਨਦੇ ਨੇ ਸਾਰੀ ਬਾਣੀ ਗੁਰਬਾਣੀ ਹੈ ਨਾ, ਜੋ ਸੀ ਮੈਂ ਬਾਣੀ ਗੁਰਬਾਣੀ ਲਾਗੇ। ਇੱਕ ਵਚਨ ਹੈ ਨਾ, ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ। ਸੋ ਪਹਿਲਾ ਦੌਰ ਹੁੰਦਾ, ਪਹਿਲਾ ਦਰਜਾ ਹੁੰਦਾ ਹੈ, ਅਸੀਂ ਬਾਣੀ ਪੜ੍ਹਦੇ ਹਾਂ। ਹੌਲੀ ਹੌਲੀ ਸਾਡੇ ਮਨ 'ਚ ਵਿਸ਼ਵਾਸ ਅਤੇ ਪ੍ਰੇਮ ਜਾਗਦਾ ਹੈ। ਅਸੀਂ ਫਿਰ ਅੱਗੇ ਕੀ ਕਹਿੰਦੇ, ਨਹੀਂ ਅਸੀਂ ਗੁਰਬਾਣੀ ਪੜ੍ਹਦੇ ਹਾਂ। ਬਾਣੀ ਤੋਂ ਅਗਲੇ ਮੁਕਾਮ 'ਤੇ ਅਸੀਂ ਹੁਣ ਕੇਵਲ ਬਾਣੀ ਨਹੀਂ ਕਹਿੰਦੇ, ਅਸੀਂ ਕਹਿੰਦੇ ਹਾਂ ਗੁਰਬਾਣੀ ਪੜ੍ਹਦੇ ਹਾਂ। ਬਾਣੀ ਗੁਰਬਾਣੀ ਲਾਗੇ ਜੋ ਗੁਰਬਾਣੀ ਨਾਲ ਜੁੜ ਗਏ ਉਹਨਾਂ ਨੂੰ ਇਹ ਗਿਆਨ ਪ੍ਰਾਪਤ ਹੋਣ ਲੱਗ ਪੈਂਦਾ। ਅਸੀਂ ਦੂਜੇ ਸ਼ਬਦ ਮੁਕਾਮ 'ਤੇ ਆ ਕੇ ਗੁਰਬਾਣੀ ਕਹਿੰਦੇ ਹਾਂ। ਜਦੋਂ ਗੁਰਬਾਣੀ ਪੜ੍ਹਦੇ ਸੁਣਦੇ ਸਮਝ ਟਿਕਣ ਲੱਗ ਪੈਂਦੀ ਹੈ, ਫਿਰ ਤੀਜਾ ਮੁਕਾਮ, ਤੀਸਰਾ ਪੜਾਅ ਮਿਲਦਾ ਹੈ। ਤੀਸਰੇ ਪੜਾਅ 'ਤੇ ਅਸੀਂ ਕਹਿੰਦੇ ਹਾਂ, ਸਾਡੇ ਵਡੇਰੇ ਕਹਿੰਦੇ ਨੇ ਸ਼ਬਦ ਅਸਾਂ ਵੱਡਿਆਂ ਗੁਰਮੁਖਾਂ ਤੋਂ ਸੁਣੇ। ਹੁਣ ਕੀਰਤਨ ਹੋ ਰਿਹਾ ਹੁੰਦਾ ਹੈ, ਆਮ ਸਧਾਰਨ ਜੀ ਲਿਖਣ ਪੜ੍ਹਨ ਵਾਲੇ ਕਹਿੰਦੇ ਨੇ ਗੁਰਬਾਣੀ ਦਾ ਕੀਰਤਨ ਕਰ ਰਹੇ। ਠੀਕ ਹੈ ਨਾ, ਚੰਗਾ ਲੱਗਦਾ ਸ਼ਬਦ ਲਿਖਣ ਪੜ੍ਹਨ ਬੋਲਣ 'ਚ। ਭਾਈ ਹੁਣ ਇਹ ਫਲਾਣਾ ਜੱਥਾ ਬੈਠੇਗਾ ਗੁਰਬਾਣੀ ਦਾ ਕੀਰਤਨ ਕਰੇਗਾ, ਠੀਕ ਹੈ। ਲੇਕਿਨ ਜਦੋਂ ਕੋਈ ਗੁਰਮੁਖ ਬੋਲਦਾ ਤੇ ਕੀ ਕਹਿੰਦੇ ਨੇ, ਭਾਈ ਹੁਣ ਸ਼ਬਦ ਪੜ੍ਹਦੇ ਆ। ਅਸੀਂ ਤੀਜੇ ਮੁਕਾਮ 'ਤੇ ਪਹੁੰਚ ਜਾਂਦੇ ਹਾਂ, ਹੁਣ ਸ਼ਬਦ ਪੜ੍ਹਦੇ ਨੇ। ਹੁਣ ਵਰਦੇ ਤਾਂ ਗੁਰਬਾਣੀ ਨੇ, ਪਰ ਅਸੀਂ ਸਤਿਕਾਰ ਨਾਲ ਕਹਿੰਦੇ ਹਾਂ ਇਹ ਸ਼ਬਦ ਦਾ ਕੀਰਤਨ। ਫਿਰ ਆਪਾਂ ਸ਼ਬਦ ਕੀਰਤਨ ਕਹਿੰਦੇ ਹਾਂ। ਉਹਦੇ ਵਾਸਤੇ ਸਾਡੇ ਕੋਲ ਬੋਲ ਬਦਲ ਗਏ, ਹੁਣ ਸ਼ਬਦ ਕੀਰਤਨ ਹੋ ਗਿਆ। ਅਤੇ ਜਦੋਂ ਸ਼ਬਦ ਕੀਰਤਨ ਤੱਕ ਸੁਰਤ ਪਹੁੰਚ ਜਾਂਦੀ, ਚੇਤਨਤਾ, ਸਾਡਾ ਗਿਆਨ ਜਿਹਨੂੰ ਸੀ ਮੱਤ ਦੀ ਪਕੜ ਸ਼ਬਦ ਕੀਰਤਨ 'ਤੇ ਪਹੁੰਚ ਜਾਂਦੀ ਹੈ ਅਤੇ ਧਿਆਨ ਟਿਕਣ ਲੱਗ ਪੈਂਦਾ ਹੈ। ਸਾਰੇ ਅਭਿਆਸੀ ਮੰਨਦੇ ਨੇ ਜਦੋਂ ਸ਼ਬਦ ਕੀਰਤਨ ਤੱਕ ਸਾਡੀ ਸੁਰਤ ਚੇਤਨਤਾ ਪਹੁੰਚੇਗੀ ਉਦੋਂ ਧਿਆਨ ਟਿਕਣ ਲੱਗ ਪਏਗਾ। ਜਦੋਂ ਤੱਕ ਅਜੇ ਇਸ ਨੂੰ ਅਸੀਂ ਸ਼ਬਦ ਨਹੀਂ ਮੰਨ ਪਾਏ ਨਾ, ਉਹਨਾਂ ਚਿਰ ਗਿਆਨ ਧਿਆਨ ਇੱਧਰ ਭਟਕੇਗਾ। ਆਹ ਵੀ ਕਰ ਲਿਆ, ਉੱਦਾਂ ਤਰੱਕੀ ਵੰਡ ਵਰਤ ਕਰਾਂਗੇ। ਦੇਖੋ ਜਾਂ ਤਾਂ ਕਬੀਰ ਸਾਹਿਬ ਦਾ ਸ਼ਬਦ ਹੈ ਜੀ, ਕਬੀਰ ਸਾਹਿਬ ਦੀ ਬਾਣੀ, ਰਵਿਦਾਸ ਸਾਹਿਬ ਦੀ ਬਾਣੀ, ਧੰਨਾ ਜੀ ਦੀ ਬਾਣੀ ਹੈ, ਨਾਮਦੇਵ ਜੀ ਦੀ ਹੈ, ਗੁਰੂ ਨਾਨਕ ਜੀ ਦੀ ਹੈ, ਦੂਜੀ ਪਾਤਸ਼ਾਹੀ ਦੀ ਹੈ, ਤੀਜੀ ਪਾਤਸ਼ਾਹੀ ਦੀ ਹੈ। ਅਸੀਂ ਇਹਦਾ ਨਿੱਕੇ ਨਿੱਕੇ ਨਾਦਾਨਾਂ ਵਾਲੀ ਵੰਡ ਪਾ ਰੱਖਾਂਗੇ। ਪਰ ਜਦੋਂ ਅਸੀਂ ਸ਼ਬਦ 'ਤੇ ਪਹੁੰਚ ਜਾਵਾਂਗੇ ਇਹ ਸਾਰੀਆਂ ਵੰਡੀਆਂ ਖਤਮ। ਸ਼ਬਦ, ਪਤਾ ਕਿਉਂ? ਸ਼ਬਦ ਨੂੰ ਫਿਰ ਗੁਰੂ ਦਾ ਮਾਣ ਹੈ, ਸ਼ਬਦ ਗੁਰੂ ਰੂਪ ਹੋ ਜਾਂਦਾ ਹੈ। ਸ਼ਬਦ ਕੀਰਤਨ ਹੋ ਗਿਆ, ਇਹ ਸਾਡਾ ਅਗਲਾ ਮੁਕਾਮ ਹੋ ਗਿਆ। ਜਦੋਂ ਸੁਰਤ ਚੇਤਨਤਾ ਸ਼ਬਦ ਕੀਰਤਨ ਦੇ ਰਸ ਨੂੰ ਹੁਣ ਸੁਣ ਰਹੀ ਹੈ, ਸ਼ਬਦ ਗੁਰੂ ਹੈ, ਸੁਰਤ ਸੁਣ ਰਹੀ ਹੈ, ਅਸੀਂ ਸੁਣ ਰਹੇ, ਤਾਂ ਫਿਰ ਸ਼ਬਦ ਸੁਣ ਰਹੇ ਹਾਂ। ਹੁਣ ਕੌਣ ਸੁਣਾ ਰਿਹਾ? ਕਿ ਕੀਰਤਨੀਆ ਸੁਣਾ ਰਿਹਾ? ਨਹੀਂ, ਫਿਰ ਗੁਰੂ ਸੁਣਾ ਰਹੇ।
ਗੁਰੂ ਸ਼ਬਦ ਸੁਣਾ ਰਹੇ ਨੇ। ਅੱਜ ਤੱਕ ਜਿਤਨੀਆਂ ਗਾਥਾਵਾਂ ਸਾਡੇ ਕੋਲ ਨੇ, ਜਦੋਂ ਵੀ ਕਿਸੇ ਜਿਗਿਆਸੂ ਨੇ, ਭਾਵੇਂ ਤਰਕ ਵਾਲੇ ਨੇ, ਭਾਵੇਂ ਬਹਿਸ ਵਾਲੇ ਨੇ, ਮਹਾਰਾਜ ਨਾਲ ਆ ਕੇ ਵਾਰਤਕ ਸੰਵਾਦ ਕੀਤੇ, ਹੋਈਆਂ ਬਹਿਸਾਂ ਹੋਈਆਂ, ਜਦੋਂ ਉਹਨੇ ਮੰਨ ਲਿਆ ਕਿ ਤੁਸੀਂ ਵਾਕਿਆ ਗੁਰੂ ਰੂਪ ਹੋ, ਤੇ ਫਿਰ ਉਹਨਾਂ ਦੀ ਝੋਲੀ 'ਚ ਸ਼ਬਦ ਹੀ ਪਿਆ। ਤੇ ਜਿੰਨਾ ਚਿਰ ਬਹਿਸਾਂ ਕਰਦੇ ਰਹੇ ਹੋਣਗੇ, ਉਹਨਾਂ ਚਿਰ ਤਰਕ ਵਿਤਰਕ ਹੁੰਦਾ ਰਿਹਾ ਹੋਵੇਗਾ, ਉਦੋਂ ਤੱਕ ਗੱਲਬਾਤ ਹੁੰਦੀ ਰਹੀ ਹੋਏਗੀ। ਪਰ ਜਦੋਂ ਉਹ ਟਿਕ ਗਏ, ਫਿਰ ਉਹਨਾਂ ਦੇ ਝੋਲੀ 'ਚ ਉਦੋਂ ਸ਼ਬਦ ਪੈਂਦੇ। ਬਹੁਤ ਸਾਰੇ ਸ਼ਬਦ ਸਾਡੇ ਕੋਲ ਇਸ ਤਰ੍ਹਾਂ ਸਾਖੀਆਂ ਦੇ ਨਾਲੋਂ ਥਾਨਕਾਵਾਂ ਨਾਲ ਭਰੇ ਪਏ ਨੇ। ਪਿਛਲੇ ਦਿਨਾਂ 'ਚ ਅਸੀਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਬਾਲ ਕੌਤਕ ਚੋਜਾਂ ਦੀ ਸਾਖੀਆਂ ਪੜ੍ਹ ਰਹੇ ਸਾਂ। ਮਹਾਰਾਜ ਨੇ ਬਾਲ ਚੋਜਾਂ ਦੇ ਦਰਮਿਆਨ ਵੀ ਸ਼ਬਦ ਦੀ ਦਾਤ ਵੰਡੀ ਹੈ। ਅੱਜ ਤੱਕ ਵੰਡਦੀ ਯਾਦ ਰੱਖਣਾ, ਜਦੋਂ ਕੋਈ ਜੀ ਗੁਰੂ ਨੂੰ ਸੁਣਨ ਲੱਗ ਪਏਗਾ, ਗੁਰੂ ਨੂੰ ਮੰਨ ਕੇ ਬੈਠ ਜਾਏਗਾ, ਉਦੋਂ ਹੀ ਉਹਦੇ ਹਿਰਦੇ ਰੂਪੀ ਝੋਲੀ 'ਚ ਸ਼ਬਦ ਪੈ ਜਾਏਗਾ। ਅਸੀਂ ਵੀ ਹੁਣ ਬੈਠੇ ਹਾਂ, ਜਦੋਂ ਸਾਡਾ ਹਿਰਦੇ ਕਰਕੇ ਅਸੀਂ ਮੰਨ ਲਾਂਗੇ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਬਖਸ਼ਿਸ਼ ਦੇ ਦਿਓ, ਤੇ ਉਦੋਂ ਹੀ ਸ਼ਬਦ ਦੀ ਦਾਤ ਮਿਲੇਗੀ। ਨਹੀਂ ਤੇ ਬਥੇਰੇ ਲੋਕਾਂ ਨੂੰ ਬਾਣੀ ਯਾਦ ਹੈ, ਬਥੇਰਿਆਂ ਤਰਜਮੇ ਕੀਤੇ, ਬਥੇਰਿਆਂ ਕਵਿਤਾਵਾਂ ਲਿਖੀਆਂ, ਬਥੇਰਿਆਂ ਬਾਣੀ ਤੇ ਨਿਬੰਧ ਐਸੇ ਤੇ ਪੁਸਤਕਾਂ ਲਿਖ ਲਈਆਂ, ਪਰ ਚੇਤਨ ਸ਼ਬਦ ਦੀ ਦਾਤ ਨਹੀਂ ਪ੍ਰਾਪਤ ਹੁੰਦੀ। ਤੇ ਜਦੋਂ ਸ਼ਬਦ ਦੀ ਦਾਤ ਪ੍ਰਾਪਤ ਹੁੰਦੀ ਹੈ, ਫਿਰ ਉਸ ਸ਼ਬਦ ਵਿੱਚੋਂ ਅੱਗੇ ਦੋ ਚੀਜ਼ਾਂ ਹੋਰ ਮਿਲਦੀਆਂ ਨੇ। ਫਿਰ ਮਿਲਦਾ ਹੈ ਗਿਆਨ, ਕਿਉਂਕਿ ਸੰਪੂਰਨ ਸ਼ਬਦ ਗਿਆਨ ਦੇ ਨਾਲ ਭਰਿਆ ਪਿਆ ਹੈ। ਫਿਰ ਉਹ ਗਿਆਨ ਦੁਨਿਆਵੀ ਕਲੈਕਸ਼ਨ ਨਹੀਂ ਹੈ ਕਿ ਜੋੜ ਤੋੜ ਕਿੱਥੇ ਕਿਹੜੇ ਸ਼ਹਿਰ 'ਚ ਕੀ ਰਹਿੰਦਾ ਤੇ ਕੋ ਨਹੀਂ। ਫਿਰ ਗਿਆਨ ਅਨੁਭਵ ਦਾ ਹੈ। ਉਹ ਗਿਆਨ ਅਨੁਭਵ ਪ੍ਰਕਾਸ਼ ਕਹੀਜੈ, ਉਸ ਨੂੰ ਕਿ ਅਨੁਭਵ ਪ੍ਰਕਾਸ਼। ਉਹ ਗਿਆਨ ਸਾਡੇ ਧਿਆਨ ਨੂੰ ਟਿਕਾ ਦਿੰਦਾ ਹੈ। ਉਹ ਗੁਰੂ ਦਾ ਗਿਆਨ ਸਾਡੀ ਸੁਰਤ ਨੂੰ ਬੰਨ੍ਹ ਲੈਂਦਾ ਹੈ। ਉਹ ਗੁਰੂ ਦਾ ਗਿਆਨ ਸਾਨੂੰ ਟਿਕਾਣਾ ਦਿੰਦਾ ਹੈ। ਤੇ ਫਿਰ ਅਗਲੀ ਯਾਤਰਾ ਆਰੰਭ ਹੁੰਦੀ ਹੈ, ਜਿਹਨੂੰ ਕਹਿ ਲਈਏ ਉੱਥੋਂ ਜਾ ਕੇ ਫਿਰ ਪਾਪ ਮਿਟ ਜਾਣ ਲੱਗ ਪਏ। ਇਸ ਤੋਂ ਪਹਿਲਾਂ ਤਾਂ ਗਲਤੀਆਂ ਭੁੱਲਾਂ ਨੂੰ ਅਸੀਂ ਪਾਪ ਮੰਨੇ ਕਿੱਥੇ। ਇਸ ਤੋਂ ਪਹਿਲਾਂ ਤਰਕ ਵਿਤਰਕ ਦੇ ਰਾਹੀਂ ਅਸੀਂ ਆਪਣੀ ਗਲਤੀਆਂ ਨੂੰ ਵੀ ਅਸੀਂ ਪੁੰਨ ਸਾਬਤ ਕਰਨ ਲੱਗ ਪੈਂਦੇ ਹਾਂ। ਨਿਹਾਇਤ ਗਲਤੀ ਹੁੰਦੀ ਹੈ, ਲੇਕਿਨ ਅਸੀਂ ਆਪਣੇ ਦਲੀਲ ਦੇ ਨਾਲ, ਆਪਣੇ ਤਰਕ ਦੇ ਨਾਲ, ਜਾਂ ਆਪਣੇ ਜ਼ੋਰ ਦੇ ਨਾਲ ਆਪਣੀ ਗਲਤੀ ਨੂੰ ਵੀ ਅਸੀਂ ਸਹੀ ਸਾਬਤ ਕਰ ਰਹੇ ਹੁੰਦੇ ਹਾਂ। ਪਰ ਜਦੋਂ ਸੁਰਤ ਟਿਕਦੀ ਹੈ, ਟਿਕ ਕੇ ਕਹਿੰਦੇ ਨੇ ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਜਦੋਂ ਇੱਥੇ ਪਹੁੰਚ ਜਾਂਦਾ ਹੈ, ਇਹ ਸੱਚੇ ਪਾਤਸ਼ਾਹ ਮੈਂ ਅਵਗੁਣਾ ਨਾਲ ਭਰਪੂਰ ਹਾਂ, ਗੁਨਹਗਾਰ ਅਪਰਾਧੀਆਂ, ਫਿਰ ਪਾਪ ਮਿਟ। ਜਿੰਨਾ ਚਿਰ ਸਵੀਕਾਰਤਾ ਨਹੀਂ ਹੁੰਦੀ, ਇਹ ਦਾਰਸ਼ਨਿਕ ਸ਼ਬਦਾਵਲੀ ਹੈ, ਜਦੋਂ ਤੱਕ ਕੋਈ ਜੀ ਆਪਣੇ ਗੁਨਾਹ ਨੂੰ, ਆਪਣੇ ਆਪ ਨੂੰ ਸਵੀਕਾਰ ਨਹੀਂ ਕਰਦਾ, ਅਸਲੀਅਤ ਨੂੰ ਕਹਿੰਦਾ ਨਹੀਂ ਕਿ ਹਾਂ ਵਾਕਿਆ ਹੀ ਮੈਂ ਮੈਲਾ ਹਾਂ, ਸਵੀਕਾਰਦਾ ਨਹੀਂ, ਉਦੋਂ ਤੱਕ ਉਹਦਾ ਇਲਾਜ ਵੀ ਨਹੀਂ ਹੁੰਦਾ। ਅੱਜ ਵੀ ਜੇ ਕੋਈ ਬੰਦਾ ਰੋਗੀ ਹੋਵੇ, ਅੱਖ ਮੰਨੇ ਹੀ ਨਾ, ਨਹੀਂ ਜੀ ਮੈਨੂੰ ਤਾਂ ਹੈ ਹੀ ਨਹੀਂ, ਮੈਂ ਤਾਂ ਜਾਂਦਾ ਹੀ ਨਹੀਂ, ਕੋਈ ਡਾਕਟਰ ਉਹਦਾ ਇਲਾਜ ਨਹੀਂ ਜੇ ਕਰ ਸਕਦਾ। ਅਤੇ ਜਦੋਂ ਅਗਲਾ ਮੰਨਦਾ ਕਿ ਹਾਂ ਮੇਰੇ ਤਨ ਵਿੱਚ ਰੋਗ ਹੈ, ਡਾਕਟਰ ਮੇਰਾ ਇਲਾਜ ਕਰ ਦੇ, ਅਤੇ ਫਿਰ ਉਹ ਡਾਕਟਰ ਨੂੰ ਸਹਿਯੋਗ ਕਰਨ ਲੱਗ ਪੈਂਦਾ, ਡਾਕਟਰ ਦਾ ਇਲਾਜ ਕਰ ਦਿੰਦਾ। ਅਤੇ ਜੇ ਮਰੀਜ਼ ਡਾਕਟਰ ਨੂੰ ਮੰਨੇ ਹੀ ਨਾ ਰੋਗ ਨੂੰ ਮੰਨੇ, ਨਾ ਡਾਕਟਰ ਨੂੰ ਮੰਨੇ, ਤਾਂ ਕੌਣ ਇਲਾਜ ਕਰੇਗਾ? ਫਿਰ ਰੋਗ ਵੱਧਦਾ ਜਾਏਗਾ ਅਤੇ ਰੋਗ ਨੂੰ ਖਾ ਜਾਂਦਾ। ਜਿਸ ਦਿਨ ਵਿਅਕਤੀ ਮੰਨ ਲੈਂਦਾ ਕਿ ਹਾਂ ਮੇਰੇ 'ਚ ਗੁਨਾਹ ਹੈਗੇ ਨੇ, ਮੇਰੇ 'ਚ ਗਲਤੀਆਂ ਹੈਗੀਆਂ ਨੇ, ਪਰ ਮੈਨੂੰ ਨਹੀਂ ਪਤਾ, ਅਤੇ ਨਾ ਮੇਰੇ ਵਿੱਚ ਬਲ ਹੈ ਕਿ ਮੈਂ ਆਪਣੀਆਂ ਗਲਤੀਆਂ ਮਿਟਾ ਸਕਾਂ। ਦੋਨੋਂ ਚੀਜ਼ਾਂ, ਮੈਨੂੰ ਆਪਣੀਆਂ ਗਲਤੀਆਂ ਅਤੇ ਗੁਨਾਹਾਂ ਦਾ ਪਤਾ ਨਹੀਂ ਹੈ, ਕਿਉਂਕਿ ਆਪਣੀਆਂ ਗਲਤੀਆਂ ਪਕੜ 'ਚ ਨਹੀਂ ਮੇਰੇ ਆ ਰਹੀਆਂ, ਅਤੇ ਨਾ ਮੇਰੇ ਵਿੱਚ ਇਤਨਾ ਬਲ ਹੈ ਕਿ ਜਿਹੜੀ ਕੋਈ ਸਮਝ ਆ ਜਾਏ ਅਤੇ ਮੈਂ ਤਿਆਗ ਸਕਾਂ। ਫਿਰ ਉਦੋਂ ਮਿਲਦਾ ਹੈ ਗਿਆਨ, ਅਤੇ ਉਹ ਗਿਆਨ ਆਪਣੀਆਂ ਗਲਤੀਆਂ ਦਾ ਸਭ ਤੋਂ ਪਹਿਲਾਂ ਦਰਸ਼ਨ ਕਰਾਉਂਦਾ। ਇਸੇ ਕਰਕੇ ਜਿਤਨੇ ਵੀ ਗੁਰਮੁਖ ਸੰਤ ਭਗਤ ਹੋਏ ਨੇ, ਸਾਰਿਆਂ ਨੇ ਇੱਕ ਸ਼ਬਦਾਵਲੀ ਲਗਭਗ ਇੱਕੋ ਜਿਹੀਆਂ ਵਰਤੀਆਂ। ਸਾਰਿਆਂ ਨੇ ਕਿਹਾ ਜੀ ਅਸੀਂ ਪਾਪੀ ਹਾਂ, ਸਭ ਨੇ ਕਿਹਾ ਜੀ ਅਸੀਂ ਗੁਨਾਹਗਾਰ ਹਾਂ, ਸਭ ਨੇ ਕਿਹਾ ਜੀ ਅਸੀਂ ਅਵਗੁਣਾਂ ਨਾਲ ਭਰੇ ਪਏ। ਭਾਈ ਸਾਹਿਬ ਗੁਰਦਾਸ ਵਰਗੀ ਸ਼ਖਸੀਅਤ ਵੀ ਕਹਿੰਦੇ ਨੇ ਹਾਂ ਅਪਰਾਧੀ ਗੁਨਹਗਾਰ। ਅਤੇ ਕੀ ਭਾਈ ਸਾਹਿਬ ਨੇ ਕੋਈ ਅਪਰਾਧ ਕੀਤਾ? ਕਿ ਭਾਈ ਸਾਹਿਬ ਕੋਈ ਗੁਨਾਹਗਾਰ ਨਹੀਂ। ਉਹ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਤੁਸੀਂ ਭਾਈ ਸਾਡੇ 'ਚ ਕੁਛ ਪੜਾਵ 'ਤੇ ਪਹੁੰਚੇਗਾ, ਉਹ ਤੋਂ ਸੁੱਤੇ ਸਵੀਕਾਰਤਾ ਆਏਗੀ, ਹਾਂ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ। ਅਤੇ ਸਭ ਤੋਂ ਵੱਡੀ ਭੁੱਲ ਕੀ ਹੈ?
असीं वो सिमरन नहीं कर पाए महाराज, तेरा चेता नहीं कर पाए, तेरा शुकराना नहीं कर पाए। और उदों फिर गुरु का शब्द मिलता जी, जो सुर ते शब्द ते पहुँच करती है, उदों सुन गुरमुख, उदों गुरु तो शब्द मिलता है। उदों गुरु तो मिलिया होया शब्द फिर साडे पाप मिटा देंदा है, उदों गुनाह मिट जाते जदों गुरु शब्द। दूजी गल बेनती करते हैं, गुरु बेअंत किरपा दे घर च आ जाण। दूसरा पक्ष एक हुंदा जो साडे साखियां चों किते किते मिलता है, साडे गुनाहां नूं वेख के साडे ते साडे बाबे नूं तरस आ जाए, साडे गुरुदेव नूं साडे ते तरस आ जाए, किरपा कर देवे ते अपनी मौज विच आए हुए ही साडे ना करन कटोरियां च अपना शब्द पा देण। और ऐसे 2-3 वार साखियां च होए ने, जिन्हों आपां ठग कही जाने आ, उहदे ते गुरु नानक महाराज की कृपा हुई है। तो गुरु महाराज की कृपा हुई, अजे उन्होंने को वार्तक संवाद नहीं किया, पर उहदे कर्म वेख के उत्ते तरस आ गया, जां उहदे को पुरबले भाग जाग पए ते नानक सतगुरु की संगत मिल गई, कृपा हो गई। उत्थे महाराज पढ़ते ने, शब्द दात वजों वरतदा है, उजल कहां चिलकना घोटम कारड़ी मस। शब्द मिलता है तो आगरे दे अंदर दे पाप कंब उठते ने। सियाणे कहिंदे ना, फिर ज्यों ज्यों महाराज पर शब्द पढ़े जाते हैं, शब्द की धुना गूंजी जांदियां ने, उहदी सुरत टिकदी जाती है, टिकदी जाती तो पाप कंबदे 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 सारे झड़ जाते हैं, बिनसित हो जाते हैं, विनाश हो जाते हैं। तो आण गुरु महाराज के चरणों ते सिर धर देंदा कि गुरुदेव कृपा करन, असीं भी सुनते सुनते इस अवस्था ते पहुँच सकीए कि साडा सिर भी सुनदियां 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 गुरु चरणों च टिक जे। आज उन्हें असीं मत्था टेकना कही ने ना, ये तो साडा संसारी ज्ञान मुताबक है, ये मत्था टेकना तो साडा अजे संसार दे खिमा करना दिखावे विच भी हुंदा है, ये तो ज्ञान मत नाल हुंदा है। पर जदों शब्द सुनदियां सुनदियां अतबना अपने आप सिर झुकन लग पवे, वो ठीक है शरीर ते टेक करके बैठा रहेगा, उदों फिर उदों मन रूपी अंदरला सिर जिन्हों कहने सिर धरै उतार, फिर उदों सिर धारे उतार, उदों सिर उतरता है, हंकार का सिर उतरता है, उदों फिर नतमस्तक हो जाता है, फिर उदों शब्द की शोह प्राप्त होती है। जिन्हों अज कहने सुन गुरमुख, सुन गुरमुख नाम, सब बिन से हाउ मैं पापा राम। तो ये वास्ते असीं की करिए बाबा, असीं तो साधारण जे जी हाँ, असीं तो इन्नी साड़ी सुरत महत उच्ची नहीं है कि केवल शब्द नूं सुनिया तो साढ़े पाप कंब उठण, साड़ी चेतना बिल्कुल सावधान होके थर्रा उठे, जिवें किते हिरन शब्द सुनता है तो सारा कुछ भुल जाता है, तो बस सीधा शब्द की सेध नूं तुर पैंदा है। भावें अगों तीर आवे तो भावें जाल च फसे, परवाह मुक जाती, क्योंकि वह उस वक्त केवल सुरत के राह ते तुरदा है, शरीर उहदा पिछे हुंदा है, सुरत अगे हो जाती है। साडी ते जे अवस्था नहीं ना बाबा, महाराज कहने कि फिर एक कम आ तुम सरल दे देने आ। वो बाबा सरल शब्द किहड़ा, जुगत किहड़ी, कहने कि जप हर हर, जप हर हर नाम। जो तू सुनिया ना उहदा जप करना शुरू कर दे, बस जो भी सुनिया याद रखना, गुरु तो नाम सुने तो इस करके नाम दे जप है, तो गुरु तो शब्द सुने दे शब्द दे जप करांगे ना। वो सियाणे मनते ने श्रोत कला पूरी उदों हुंदी है जदों असीं सुने हुए बचन नूं बोल सकीए। जिहड़ा बचन असां पूरी तरह सुन लिया, समझ लो उसनूं बोल पाओगे। अज भी जदों असीं किसी दूजी भाषा का कोई शब्द गलबात करदिआं सुनदे तो वेखिआ होना, साडे तो वो उच्चारण नहीं हो पा रहा हुंदा। सानूं कोई फारसी बोलण लई कहे साथों नहीं बोली जाती, सानूं कोई अंग्रेजी का वड्डा जिहा शब्द कहे साडे तो नहीं बोलिया जाता। पता क्यों? सानूं समझ विच नहीं आ रहा। अगला तो बोल रहा अपने तरीके दे नाल, पर वो साथों पूरा स्रोत कला च टिक नहीं रहा। तो जदों असीं उहदे पूरे ढंग नाल सुन लैने आ, फिर असीं उही बोल बोल देने आ, भावें उहदा अखरी अर्थ पता होवे ते भावें ना पता होवे। बहुत वार असां वेखिआ है, आ फारसी आदक नूं संस्कृत आदक नूं असां बोलदे आ, पर की सानूं संस्कृत ते फारसी आउंदी है? तो सब दा जवाब है नहीं। कोई बिरले टावे होणगे जिन्हां नूं पुराणियां भाषावां आउंदियां, पर असीं बोलदे आ।
क्योंकि असीं वड्डियां तो सुनिया, सुन के रट लिया, बोली जा रहे हैं। गुरबाणी च रहस्य है, आपने तेजाब कीता होना है। ये शरणों मेरियो साचे सुनने नूं पठाए, साचे सुनने नूं पठाए, शरीर लाए सुनो सतबाणी। हुण अगे रहस्य है, जित सुनी सतबाणी जो सुनी तो की होया, पता किवें लगे कि बाणी सत है? मन तन हरिया होवा। शब्द नूं सुनिया ते मन खिड़ गया, मन तन हरिया। नहीं तो कूड़ बाणी सुनना की हुंदा है? मन तन विच खिज पैदा होंदी है। असीं अनुभव कीता होना ना, साधारण बोल सुनते सानूं कोई फर्क नहीं पैंदा। अत्यंत निर्मल उत्तम बोल सुनांगे तो अंदर चरनाहट छिड़ेगी। कईयां ते वेख्या क्षमा करना, असंगत विच ही कई बार हुंदा है, कीर्तन सुन रहे ने, सुनद्यां सुनद्यां रोंगटे खड़े हो जाते हैं, चरनाहट छिड़न लग पैंदी। वो हरिया होवा, मन तन हरिया होण लग पैंदा, पुलकित होण लग पैंदा। जिन्हों कहते सरस मना कण बरसैं, उदों कण बरस रहा हुंदा, उदों बदल बरस रहा, गुरु रूपी बदल बरस रहा हुंदा है। उहदी सुरत उदों रस नाल भर जाती है, तो उहदा प्रगटावा शरीर ही हुंदा है। उहदे रोंगटे खड़े हो जाते हैं, लूई कंडे खड़े हो जाते हैं, नेत्रां च जल वहन लग पैंदा। ते दूजे शब्द असां भी तो सुने ना, जिन्होंने सुन के साडा क्रोध वधन लग पैंदा, जिन्होंने सुन के साडा काम वधन लग पैंदा, जिन्हां दे नाल साडे अंदर ईरखा द्वेष निंदा चुगली वधन लग पैंदी है तो बोल ही ना। पर असां की सुनना ही ध्यान करना है, असां सुनना है गुरु का शब्द ते जप, फिर उहदा जप करना है, उसे नूं दोहराना है। जो सुनिया जित सुनी मन तन हरिया होवा। ते अगला पड़ाव जो बेनती करांगा, रसना रस समाने। परिपूर्ण सुनिया शब्द उदों होया जदों असां जो सुनिया वो रसना ते आ गया। सुनिया नाम रसना ते नाम, ते भाव सुनिया शब्द रसना ते शब्द। हुण जप हर हर वाहिगुरू वाहिगुरू जप। इत्थे हर हर का मतलब ये नहीं किसी हरी 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 रटंत करन लग पई, ये नहीं। भाव जो कीर्तन सुनिया है बहुता नहीं, तो कुछ समा तो वो कीर्तन की गूंज साडे कन्नां च गूंजती रहे। बहुता नहीं, कुछ समा तो कीर्तन की सथाई तुकां साडे नाल चलदियां रहन। जिहड़ियां रागी सिंह इसे करके संगीत कला वालियां ने कुछ तुकां नूं बार बार रिपीट किया जाता है कि वो साडे जेहन च वस जाण। तो जदों असीं उत्थों उठ के जाइए ना, कुछ दूर तक तो लैके जाइए, साडे नाल किन्ना कुछ चलणगे। चेता रखना, उन्ना ही गुरु की सिक्ख्या नूं उन्ना की दूर तक असीं गुरु के अमृत नूं लैके जा सकते हैं। ਜਦੋਂ तक असीं टिके रहने उस मंडल विच। ते महाराज कहणगे जप हर हर, जप हर हर नाम। ते जदों तू जपण लग पई ना फिर की हुंदा? कहणगे लथे अड़े फिर लह जांदे ने, जग तापा जगत दे ताप भी मिट जांदे ने। याद रखना, पाप संताप ते ताप ये निक्के निक्के शब्द इकट्ठे ने ना। मनुख दे कोल मनुख पाप करदा है, मनुख संताप भोगदा है, मनुख ताप भोगदा है। ये निक्के निक्के शब्द ने साडे कोल। मनुख दे कोल कोई गुनाह हुंदा है, मनुख नूं संताप लगदा है, वो पाप बन जांदा है। मनुख ताप भोगदा है। तीने ताप असीं कदे कदे कही ने ना, 3 प्रकार के ताप आ दुख ने, देह दे दुख ने, मन दे दुख ने, कुदरती दुख ने। कुछ वो दुख ने जिन्हां दे साडा कोई जोर नहीं है। जिवें आ हुण साडे सारे तकरीबन संसार पद्धर ते सीगा ना कोविड-19, ये की है? यह है तो दुख ही ना। सारे संताप नूं भोग रहे हैं और दुनिया का हर मंडल हर व्यक्ति इसनूं भोग रहे हैं। भावें किसी खिते का किसी किते नाल संबंधित सब भोग रहे हैं। इस तरह कई बार अग लग जाती, हड़ आ जाता है, बहुती गर्मी पै गई, बहुता मीह पै गया, बहुती ठंड पै गई, जिते मनुख का जोर नहीं है पर भोगना तो पैंदा है ना। की करोगे? हुण वरत गया तो भोगना पैंदा है। इस तरह कई बार शरीर ते कोई दुख आ जाता है तो की करांगे भाई, भोगना पैंदा है। इस तरह कईयां नूं वेख्या होना साडे घरां च बहुत सारे जी ने जिन्हां दे कोई परिवार च वड्डा दुख नहीं, खाण पीण हंडाणु सब कुछ है, शरीर ते भी कोई सट फिट नहीं है, कोई रोग नहीं गा, पर डिप्रेशन है। वो कौन है? वो मन का संताप भोग रहे ने बेचारे, दुखी ने ना। उदा कही है नहीं जी बीपी ठीक है जी, शुगर ठीक है, तमाम चीज़ां ठीक ने, पर फिर भी डिप्रैस ने बेचारे।
खुशी नहीं मन पा रहे, हौली हौली फिर मन के रोग तन रोगी बना के रख देंगे ने, फिर हौली हौली तन ते मन उन्हां दा रोगी हो जाता है। महाराज कहने लगे भाई जे किते तुसी शब्द नूं सुनते जाओ तो शब्द नूं जपते जाओ तो जिथे पाप मिट जाणगे उत्थे पाप तो पैदा होए ये संताप भी मिट जाणगे। मैं नहीं कहता, कदे करके देखना। आ हुणे थोड़ी देर च आपां ने एक तुक पढ़नी है, दुख रोग संताप उतरे, दुख रोग संताप उतरे। पर कदों उतरे? सुनी साची बाणी। असीं इसनूं केवल पढ़न तक सीमित रखे है। बहुते जियां ने असां इस तुक नूं ठीक है क्योंकि बहुत ज़्यादा बार पढ़ी जाती है, इस करके रटंत है। जद भी आनंद सुध जाप शुरू हुंदा साडे खिमा करना। बहुते जियां नूं दरबारां दीवानां च वेखिआ ना, जदों भी किते आनंद सुध जाप शुरू हुंदा है एक हिल-जुल शुरू हो जाती है, कोई उठ के चला गया, कोई इधर चला गया, ध्यान साडा खंडित हो जाता है, भटक जाता है। आनंद साहब जी दियां 5 पौड़ियां पढ़न वाला तो पढ़ जाता है पर सुनता कोई नहीं इनू। बस यही कह रहे हैं पाठ करो ना सो भोग पाओ, बस वो मर्यादा निभाने वास्ते 5 पौड़ियां पढ़ दे दियां ने, सुन गए ठीक है। जिन अखीर ते जिनी नाम ते है ते आए ते तू ठाकुर कह के उठ पैना। पर कदे ना 5 पौड़ियां नू ठहर के पढ़ लेना, ठहर के सुन लेना, पता लग जाएगा सब कुछ जीवन की जुगता, जीवन का आधार इन्हां 5 पौड़ियों ही महाराज ने दस दिता है। तो जो असीं इकट्ठे होकर पढ़ांगे ना, दुख रोग संताप उतरे। उत्तों पहला कहना आनंद सुनो, सुनिया करो भाई वडभागियो, सुनिया करो। इत्थे आए सुनने वास्ते, इत्थे आए पढ़न वास्ते, कहने लगे फिर सुनी साची बाणी। सियाणे कहंदे ने जदों पाठ कर रहे होवो ना, किसी नूं सुनाओ कि ना सुनाओ, जदों निजी नितनेम करदे हो, कोई सहज पाठ करदे हो या कोई भी शब्द का पाठ करदे हो, किन्नी उच्ची बोल के करिए। कदे कदे वेखिआ होना लोग उच्ची उच्ची करते हैं, अद्धी गली च पता लगता कि फलाना बंदा पाठ कर रहा है। इन्नी उच्ची बोल के करो ना करो वक्री गल है, मैं तो टिप्पणी नहीं कर सकता, पर इतना जरूर करो कि खुद सुन लो। तो खुद सुनने वास्ते वक्री धुन आवाज़ की जरूरत नहीं जे। कितना नेड़े हाँ अपने, इतना कुच्चा बोलीए कि जिहड़ी साडी धुन साडे मुख तो गूंज रही है तो साडे कन तक पहुँच रही है। किन्नी क दूरी है मुख तो कन दी? एक बलिष्ठ भर भी तो नहीं है ना, छोट घट है। इन्ना कुछ बोलना है। हौली हौली शायद तुसीं इत्थे पहुँच जाइए आपां कि साडे कोल बैठे नूं भी ना पता लग रहा होवे कि तुसीं की पढ़ रहे हो, पर तुहानूं पता होवे तुसीं की सुन रहे हो। क्योंकि अगे जाके कंठ विच ही ते स्रोत कला दा पॉइंट ना, इसे करके साडे को ENT दा इक्को डॉक्टर है ना, वही साडे गले दा इलाज करदा है तो वही साडे कन दा इलाज करदा है। क्योंकि जदों कंठ चों जो धुन प्रगट होएगी सब तो पहला तुसीं खुद सुनोगे। पर इस गल की ही अफसोस कमजोरी है कि असीं खुद ही नहीं सुन पाए, असीं दूजिआं नूं ते सुना देने आ। पर दुख संताप उदों उतरदे ने जदों शब्द सुनिया जाता है। महाराज कहन लगे जप हर हर, जप हर हर नाम, लथ अड़े जग तापा राम, हर हर नाम जिनी आराध्या। हुणे तीजा पक्ष है, जप करद्या किस तरह पहुँचना है? असीं आराधना ते पहुँचना है। जप वास्ते लोग समा मांग पूछते ना, कितना समा जप करना चाहिए, कितना समा ते की हुक्म है? दिन राती आराधो प्यारो। आराधना होर गहरी हो जानी। जप ते फिर भी मुख क्रिया करेगा, दंत रसना क्रिया करनगे, पर आराधना दे विच हुण इहदी क्रिया नहीं है। आराधना दे विच कंठ दा काम नहीं है, आराधना च हिरदे दा काम आ जाता है। हुण दिन रात आराधो। ते जिन्हां ने हर हर नाम नूं आराधना शुरू करता, याद रखना, पहला सुनना, फिर जपना, फिर तीजे पद्धर ते आराधना। जिन्नी सुन के मन्निया, मन्नांगे तां ही आराधना हो पाएगी। हर हर नाम आराध्या, फिर तिनके दुख पाप निवारे। ये तिन्ने चीज़ां मुक्कियां, दुख भी मिट गए, पाप मिट गए, सब खत्म हो गए, उन्होंने निवृत्त हो गए।
ਆਤਮਾ ਸ਼ੁੱਧ ਹੋਣ ਲੱਗ ਪੈਂਦੀ ਹੈ। ਨਿਰੰਤਰ ਜਪ ਦੇ ਸਦਕੇ, ਨਿਰੰਤਰ ਆਰਾਧਨਾ ਦੇ ਸਦਕੇ ਚਿੰਤਨ ਨਿਰਮਲ ਹੋਣ ਲੱਗ ਪੈਂਦਾ, ਚਿੱਤ ਸ਼ੁੱਧ ਹੋ ਜਾਂਦਾ ਹੈ। ਉਹਨਾਂ ਦੇ ਦੁੱਖ ਪਾਪ ਨਿਵਰਤ ਹੋ ਜਾਂਦੇ ਨੇ। ਫਿਰ ਉਹਨੂੰ ਕੀ ਮਿਲ ਜਾਂਦਾ ਜਦੋਂ ਸ਼ੁੱਧ ਹੋ ਜਾਂਦੇ ਨੇ? ਸਤਿਗੁਰ ਗਿਆਨ ਖੜਗ ਹੱਥ ਦੀਨਾ। ਫਿਰ ਉਹਨਾਂ ਸ਼ੁੱਧ ਰੂਹਾਂ ਨੂੰ, ਸ਼ੁੱਧ ਤੇ ਨਿਰਮਲ ਆਤਮਾਵਾਂ ਨੂੰ ਗੁਰੂ ਦੇ ਗਿਆਨ ਦਾ ਖੰਡਾ ਮਿਲ ਜਾਂਦਾ। ਖੜਗ, ਸਤਿਗੁਰ ਗਿਆਨ ਖੜਗ ਹੱਥ ਦੀਨਾ। ਗੁਰੂ ਸ਼ੁੱਧ ਹੀਰ ਰੂਹਾਂ ਨੂੰ, ਨਿਰਮਲ ਰੂਹਾਂ ਨੂੰ ਆਪਣੇ ਗਿਆਨ ਦਾ ਖੰਡਾ ਦੇ ਦਿੰਦੇ ਨੇ। ਤੇ ਉਸ ਖੰਡੇ ਨਾਲ ਕੀ ਕਰਦੇ ਨੇ? ਜਮ ਕੰਕਰ ਮਾਰ ਬਿਦਾਰੇ। ਉਹ ਲੋਕਾਂ ਨਾਲ ਨਹੀਂ ਲੜਦੇ। ਅਸੀਂ ਦੇ ਨਾ, ਸਾਡੇ ਗੁਰੂ ਨੇ ਸਾਨੂੰ ਖੰਡਾ ਪ੍ਰਤੀਕ ਵਜੋਂ ਦਿੱਤਾ ਹੈ। ਆ ਬਚਨ ਚੌਥੀ ਪਾਤਸ਼ਾਹੀ ਸਾਹਿਬ ਦਾ ਹੈ, ਪ੍ਰਤੀਕ ਵਜੋਂ ਬਾਹਰੋਂ ਖੰਡਾ ਦਸ਼ਮੇਸ਼ ਨੇ ਦਿੱਤਾ ਹੈ। ਪਰ ਇਹ ਗਿਆਨ ਖੜਗ ਅਸਾਂ ਪ੍ਰਾਪਤ ਕਰਨਾ ਹੈ। ਅਸੀਂ ਤਾਂ ਲੋਕਾਂ ਨਾਲ ਲੜਨ ਤੁਰ ਪਏ। ਉਸ ਸਮੇਂ ਦੀਆਂ ਸਮਾਜਿਕ ਹਾਲਤਾਂ ਅਲੱਗ ਬਾਤ ਹੈ। ਪਰ ਹਰ ਰੋਜ਼ ਗਿਆਨ ਖੜਗ ਲੈ ਮਨ ਸਿਉ ਲੂਝੈ, ਮਨਸਾ ਮਨੈ ਸਮਾਈ ਹੈ। ਅਸੀਂ ਗਿਆਨ ਦਾ ਖੰਡਾ ਗੁਰੂ ਕਾ ਪ੍ਰਾਪਤ ਕਰਨਾ ਹੈ। ਤੇ ਉਹਦੇ ਨਾਲ ਮਾਰਨਾ ਕਿਹਨੂੰ ਹੈ? ਜਮ ਕੰਕਰ ਮਾਰ ਬਿਦਾਰੇ। ਫਿਰ ਉਹਨਾਂ ਰੂਹਾਂ ਦੇ, ਉਹਨਾਂ ਗੁਰਮੁਖਾਂ ਦੇ ਕੋਲ ਜਮ ਕੰਕਰ ਨਹੀਂ ਆ ਸਕਦਾ, ਕਿਉਂਕਿ ਜਮ ਕੰਕਰ ਨੂੰ ਮਾਰ ਕੇ ਭਜਾ ਦਿੱਤਾ ਜਾਂਦਾ ਹੈ। ਉਹਨਾਂ ਤੋਂ ਮੌਤ ਮਿਟ ਜਾਂਦੀ ਹੈ, ਉਹਨਾਂ ਨੂੰ ਅੰਮ੍ਰਿਤ ਮਿਲ ਜਾਂਦਾ ਹੈ। ਉਹ ਅੰਮ੍ਰਿਤ ਤੱਤ ਨੂੰ ਪ੍ਰਾਪਤ ਕਰ ਲੈਂਦੇ ਨੇ। ਉਹ ਅੰਮ੍ਰਿਤ ਤੇ ਧਾਰਨੀ ਹੋ ਜਾਂਦੇ ਨੇ। ਉਹ ਅੰਮ੍ਰਿਤ ਧਾਰੀ ਹੋ ਜਾਂਦੇ ਨੇ। ਮੌਤ ਮਿਟ ਜਾਂਦੀ ਹੈ। ਫਿਰ ਕੀ ਹੁੰਦਾ ਹੈ? ਕਹਿਣ ਲੱਗੇ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ। ਫਿਰ ਉਹਨਾਂ 'ਤੇ ਵਾਹਿਗੁਰੂ ਜੀ ਦੀ ਕਿਰਪਾ ਵਰਤ ਰਹੀ ਹੈ। ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ, ਦੁੱਖ ਲਾਥੇ ਪਾਪ ਸੰਤਾਪਾ। ਮਹਾਰਾਜ ਫਿਰ ਸਾਨੂੰ ਮੁੜ ਕੇ ਕਹਿੰਦੇ ਨੇ, ਭਾਈ ਸਾਡੇ 'ਤੇ ਗੁਰਸਿੱਖਾਂ 'ਤੇ ਗੁਰਕਰਤਾ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ। ਸਾਡੇ 'ਤੇ ਸਾਰੇ ਦੁੱਖ ਤਾਪ ਸੰਤਾਪ ਉਤਾਰ ਦਿੱਤੇ। ਕਿਵੇਂ ਕੀਤੇ? ਕਹਿਣਗੇ ਸੁਣ ਗੁਰਮੁਖ, ਸੁਣ ਗੁਰਮੁਖ ਨਾਮ ਸਭ ਬਿਨਸੇ ਹਉ ਮੈਂ ਪਾਪਾ। ਗੁਰਦੇਵ ਕਿਰਪਾ ਕਰਨ ਅਸੀਂ ਇਸ ਅਵਸਥਾ ਨੂੰ ਛੂ ਸਕੀਏ, ਸੁਣ ਸਕੀਏ ਗੁਰੂ ਕੀ ਬਾਣੀ ਨੂੰ, ਤੇ ਗੁਰੂ ਕੀ ਬਾਣੀ ਵਿੱਚ ਸ਼ਬਦ ਨੂੰ, ਤੇ ਸ਼ਬਦ ਵਿੱਚ ਗਿਆਨ ਨੂੰ, ਤੇ ਗਿਆਨ ਵਿੱਚ ਨਾਮ ਨੂੰ। ਇਹ ਪੜਾਵ ਨੇ। ਅਸਾਂ ਨਾਮ ਪ੍ਰਾਪਤ ਕਰਨਾ ਹੈ। ਜਿਵੇਂ ਭੋਜਨ ਖਾਣਾ ਹੈ, ਸਵਾਦਿਸ਼ਟ ਹੋਵੇ, ਰਸ ਮਿਲੇ, ਉਹ 'ਚ ਤੰਦਰੁਸਤੀ ਮਿਲਦੀ ਹੈ, ਉਹ 'ਚ ਫਿਰ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ। ਅਸੀਂ ਕਹਿੰਦੇ ਹਾਂ ਹੁਣ ਤੰਦਰੁਸਤੀ ਆਪਣੇ ਆਪ ਪ੍ਰਾਪਤ ਹੁੰਦੀ ਹੈ। ਸ਼ੱਕ ਦੇ ਭੋਜਨ ਨਾਲ ਪੜ੍ਹਾਂਗੇ ਸ਼ਬਦ ਬਾਣੀ, ਮਿਲੇਗਾ ਗਿਆਨ ਤੇ ਮਿਲੇਗਾ ਨਾਮ। ਅਸੀਂ ਸੁਣ ਸਕੀਏ ਤੇ ਸੁਣ ਸੁਣ ਕੇ ਅਸੀਂ ਸ਼ੁੱਧ ਹੋ ਸਕੀਏ, ਸਾਨੂੰ ਗਿਆਨ ਪ੍ਰਾਪਤ ਹੋ ਸਕੇ। ਇਤਨੇ ਕੁ ਬਚਨ ਪ੍ਰਵਾਨ ਕਰਨਾ। ਭੁੱਲ ਚੁੱਕ ਦੇ ਖਿਮਾ। ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ।